है शत्रु सिर आराहे। कड़छा लै हाथ बरतावत अतुट देग। कठिन कुदंड बाण बेद करे पाराहे। भगत ज्ञान प्रेम और बैराग की सुनावें कथा। चढ़ के तुरंग जंग ललकारा है। तत्व ज्ञानी दानी योधा गृही त्यागी गुरु चेला। धन धन वाहो वाहो जनक हमारा है। जुगो जुग अटल दसां पातशाहियां दे आत्म स्वरूप ज्ञान दे मुजस्मे लोक परलोक विखे जीव दे सहाई होण वाले शब्द गुरु धन धन साहिब श्री गुरु ग्रंथ साहिब महाराज सच्चे पातशाह जी दे पवित्र चरना कमलों विखे सुभाएमान परम सन्मान योग गुरु रूप गुरु सवारे खालसा साध संगत जीओ। बहुत खुशी होई, बड़ा आनंद मन नूं होया कि जिवें आप गुरुपियां सिंह संगतां जिवें भाई साहब जी गुरमुख प्यारे दस रहे ने कि 36 सालां तो ये जोड़ मेला होले महल्ले दा इत्थे मनाया जा रहा है। और जिवें हुणे वार्ता चल रही सी कि ढाडियां दे सरताज ज्ञानी सोहण सिंह जी सीतल उन्हां तो लैके सारे वड्डे वड्डे ढाडी साहबान कवीशर सिंह और रागी सिंह प्रचारक सिंह आप गुरसिख संगतां नूं वाहिगुरू दा हर जस सुना के इतिहास सुना के निहाल करके जाते हैं। खालसा जी अज आपां यतन करांगे केवल इस विषय दे नाल संबंध रखिए। कई बार कोई सवाल करता है जी भी ये ढाडी सिंह वारां गाउंदे ने इहदा कोई लाभ भी हुंदा है कि नहीं। एक कवीशरी दा कथा दा इहदा कोई लाभ भी है कि कंन रासी है भला। कई लोग अजकल ये गल करते ने इतिहास तां पुराने जमाने दियां होइयां बीतियां गल्लां ने, जो होया लंघ गया अज ओहदा कोई मतलब है किताबां पढ़न दा उन्हां नूं गाउण दा सुनन दा कि नहीं भला। इस विषय दे नाल जुड़ के आपां सतगुरां दीयां असीसां लैण दा यतन करना है। सतगुरु जी मेहर करन आप सिर ते हथ रख के अपनी बाणी अपने इतिहास और अपने उपदेश दे विच सानू जोड़ के साडा जीवन सफला करन। गुरु पंथ दियां रवायतां दे अनुसार आगे आवत सिंह जे पावै वाहिगुरू जी की फतेह बुलावै। कोई रसना वांझी ना रहे, सब माई भाई गज के फतेह बुलाओ जी। वाहिगुरू जी का खालसा वाहिगुरू जी की फतेह। साध संगत जी मैं आरंभ दे विच एक बेनती करां। भाई संतोख सिंह जी ਜਿਹੜੇ कवियां दे कवि राज होए ने दुनिया दे विच ਜਿਹੜੀ लंबी कविता होवे ना, बहुत लंबी कविता होवे, जिस कविता दे विच लम्मा कोई वार्तालाप होवे ਉਹਨੂੰ ਕਹਿੰਦੇ महाकाव। बड़े महाकाव ने पर दुनिया का सब तो वड्डा सब तो महान ਉਹ ਭਾਵੇਂ ਛੰਦਾਬੱਧੀ कविता के रूप ਵਿੱਚ ਲੈ ਲਓ, ਭਾਵੇਂ ਭਾਸ਼ਾ ਦੇ ਰੂਪ ਵਿੱਚ ਲੈ ਲਓ, ਭਾਵੇਂ ਕਵਿਤਾ ਦੇ ਅਲੰਕਾਰਾਂ ਚਮਤਕਾਰਾਂ ਦੇ ਰੂਪ ਵਿੱਚ ਲੈ ਲਓ, ਭਾਵੇਂ ਉਹਨੂੰ ਫਲਸਫੇ ਜਾਂ ਇਤਿਹਾਸ ਦੇ ਪੱਖ ਤੋਂ ਲੈ ਲਓ। ਕੋਈ ਵੀ ਪੱਖ ਐਸਾ ਨਹੀਂ ਜਿਹਦੇ ਵਿੱਚ ਗੁਰ ਪ੍ਰਤਾਪ ਸੂਰਜ ਗ੍ਰੰਥ ਨੂੰ ਟੱਕਰ ਦੇਣ ਵਾਲਾ ਕੋਈ ਦੂਜਾ ਗ੍ਰੰਥ ਦੁਨੀਆ ਦੇ ਵਿੱਚ ਹੋਵੇ। ਸਭ ਤੋਂ ਮਹਾਨ महाकाव श्री गुर प्रताप सूरज ग्रंथ, जिसकी कथा
सब गुरुद्वारिਆਂ ਦੇ ਵਿੱਚ ਸ਼ਾਮਾਂ ਦੇ ਸਮੇਂ ਹੁੰਦੀ ਹੈ, ਜਿਹਨੂੰ ਆਪਾਂ ਆਮ ਤੌਰ ਤੇ ਸੂਰਜ ਪ੍ਰਕਾਸ਼ ਕਹਿ ਲੈਂਦੇ। ਭਾਵੇਂ ਕਿ ਮੇਰੇ ਵਰਗੇ ਅਨਪੜ੍ਹ ਜੇ ਬੰਦੇ ਮੂੰਹ ਚੁੱਕ ਕੇ ਉਹਦੀ ਨਿੰਦਾ ਕਰਨ ਲੱਗ ਪੈਂਦੇ ਨੇ, ਪਰ ਸਿਆਣਿਆਂ ਦਾ ਬੋਲ ਹੈ, ਜਿਹੜਾ ਕੰਮ ਕਰੇਗਾ ਉਹਦੇ ਕੋਲੋਂ ਗਲਤੀ ਵੀ ਹੋਵੇਗੀ, ਤੇ ਜਿਹਨੇ ਕਰਨਾ ਹੀ ਕੁਛ ਨਹੀਂ ਉਹਦੇ ਕੋਲੋਂ ਗਲਤੀ ਕੀ ਹੋਣੀ ਹੈ। ਗੁਰਪ੍ਰਤਾਪ ਸੂਰਜ ਗ੍ਰੰਥ 14 ਕਿਤਾਬਾਂ ਦੇ ਵਿੱਚ ਹੈ। ਗ੍ਰੰਥ ਇੱਕੋ ਹੀ ਹੈ ਪਰ ਬਹੁਤ ਵੱਡਾ ਹੈ, ਇਸ ਲਈ ਸਾਧ ਸੰਗਤ ਜੀ ਉਹਦੇ ਕੁੱਲ 22 ਹਿੱਸੇ ਨੇ ਤੇ 14 ਜਿਲਦਾਂ ਦੇ ਵਿੱਚ ਉਹਨੂੰ ਛਾਪਿਆ ਗਿਆ ਹੈ। ਤੇ ਉਹਦੇ ਵਿੱਚੋਂ ਕਿਤੇੋਂ 2 ਤੁਕਾਂ, ਕਿਤੇੋਂ 4 ਤੁਕਾਂ, ਕਿਤੇੋਂ 10 ਤੁਕਾਂ, ਉਹ ਵੀ ਉਹਦੇ ਪ੍ਰਸੰਗ ਦੇ ਵਿੱਚੋਂ ਬਾਹਰ ਕੱਢ ਲੈਣੀਆਂ। ਉਹਦਾ ਪਿਛੋਕੜ ਜਾਣੇ ਬਗੈਰ ਉਹਦੇ ਤੇ ਅੰਸ਼ਨ ਲਾਉਣਾ, ਉਂਝ ਲਾਉਣੀ, ਇਹ ਨਿੰਦਕ ਲੋਕਾਂ ਦਾ ਕੰਮ ਹੈ। ਪਰ ਖਾਲਸਾ ਜੀ, ਜਿਨ੍ਹਾਂ ਨੂੰ ਗੁਰੂ ਦਾ ਹੁਕਮ ਹੈ ਨਾ, ਸਾਂਝ ਕੀਜੈ ਗੁਣਹਿ ਕੇਰੀ, ਤੇ ਆਪਾਂ ਕੀ ਕਰਦੇ ਹਾਂ? ਖਿਮਾ ਕਰਨਾ ਜੀ। ਗੁਣਾਂ ਦੀ ਸਾਂਝ ਕਰਨ ਵਾਲਾ ਕੋਈ ਵਿਰਲਾ, ਤੇ ਅਵਗੁਣਾਂ ਦੀ ਗੰਦਗੀ ਖਾਣ ਵਾਲਿਆਂ ਦਾ ਪਤਾ ਹੀ ਨਹੀਂ ਕਿੰਨੇ ਕੁ ਨੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਗੁਣਾਂ ਦੀ ਸਾਂਝ ਕਰਨ ਵਾਲਾ ਹੈ ਹੰਸ, ਉਹ ਸ਼ੁਭ ਗੁਣਾਂ ਰੂਪੀ ਮੋਤੀਆਂ ਦੀ ਚੋਗ ਚੁਗਦਾ ਹੈ। ਤੇ ਜਿਹੜਾ ਬਗਲਾ ਤੇ ਜਿਹੜਾ ਕਾਂ ਹੈ, ਉਹਦਾ ਕੋਈ ਕਸੂਰ ਨਹੀਂ ਹੈ। ਉਹਨੂੰ ਪਰਮੇਸ਼ਰ ਨੇ ਸੁਰਤ ਬਿਰਤੀ ਏਦਾਂ ਦੀ ਦਿੱਤੀ ਹੈ ਭਈ ਉਹਨੇ ਨੁਕਸੀ ਕੱਢਣੇ ਨੇ, ਉਹਨੇ ਗੰਦਗੀ ਚੁਗਣੀ ਹੈ, ਉਹਨੇ ਕਿਸੇ ਦਾ ਗੁਣ ਨਹੀਂ ਗ੍ਰਹਿਣ ਕਰਨਾ। ਇਹ ਕੁਦਰਤੀ ਗੱਲ ਹੈ। ਉਹਨਾਂ ਨੇ ਬਹੁਤ ਪਿਆਰਾ ਇਤਿਹਾਸ ਗੁਰੂ ਸਾਹਿਬਾਨ ਜੀ ਦਾ ਲਿਖਿਆ। ਮੈਂ ਕੇਵਲ ਇੱਕ ਬੇਨਤੀ ਉਹਦੇ ਵਿੱਚੋਂ ਕਰਨ ਲੱਗਾ। ਲਿਖਦੇ ਨੇ, ਛਾਏ ਜਾਤੀ ਏਕਤਾ, ਅਨੇਕਤਾ ਬਿਲਾਏ ਜਾਤੀ। ਬਿਲਾਏ ਜਾਤੀ ਦਾ ਮਤਲਬ ਹੈ ਖਤਮ ਹੋ ਜਾਂਦੀ, ਮੁੱਕ ਜਾਂਦੀ। ਏਕਤਾ ਦਾ ਇੱਥੇ ਮਤਲਬ ਹੈ ਵੀ ਇੱਕੋ ਜਿਹੇ ਕੱਪੜੇ, ਇੱਕੋ ਜਿਹਾ ਖਾਣਾ ਪੀਣਾ, ਇੱਕੋ ਜਿਹੀ ਬੋਲੀ, ਇੱਕੋ ਜਿਹਾ ਧਰਮ, ਇੱਕੋ ਜਿਹਾ ਹੀ ਰਹਿਣ ਸਹਿਣ। ਛਾਏ ਜਾਤੀ ਏਕਤਾ, ਏਕਤਾ ਹੋ ਜਾਣੀ ਸੀ। ਕਿਹੜੀ ਭਲਾ? ਜਦੋਂ ਲੋਕਾਂ ਨੇ ਮਿਲਣਾ ਸੀ, ਆਪਾਂ ਵੀ ਜਿੰਨੇ ਬੈਠੇ ਹਾਂ, ਸੱਚ ਜਾਣਿਓ ਕਿ ਇੱਕ ਦੂਜੇ ਨੂੰ ਮਿਲ ਕੇ ਸਾਰਿਆਂ ਨੇ ਆਖਿਆ ਕਰਨਾ ਸੀ ਸਲਾਮ ਅਲੈਕੁਮ ਜਾਂ ਆਦਾਬ। ਅਨੇਕਤਾ ਬਿਲਾਏ ਜਾਤੀ, ਜਿਹੜੇ ਅੱਡ ਅੱਡ, ਕੋਈ ਕਿਸੇ ਰੱਬ ਨੂੰ ਮੰਨਦਾ ਹੈ, ਕੋਈ ਕਿਸੇ ਭਗਵਾਨ ਨੂੰ, ਕਿਸੇ ਦੇਵੀ ਨੂੰ, ਕਿਸੇ ਦੇਵਤੇ ਨੂੰ, ਕੋਈ ਕੁਝ ਖਾਂਦਾ ਹੈ, ਕੋਈ ਕੁਝ ਪਹਿਨਦਾ ਹੈ। ਇਹ ਅੱਡ ਅੱਡ ਨਹੀਂ ਸੀ ਰਹਿਣਾ, ਇਹ ਇੱਕੋ ਹੀ ਹੋ ਜਾਣਾ ਸੀ। ਹੋਵਤੀ ਕੁਚੀਲਤਾ, ਹਰ ਪਾਸੇ ਸਾਧ ਸੰਗਤ ਜੀ ਪਸ਼ੂ ਵੱਢੇ ਜਾਂਦੇ ਤੇ ਖੂਨ ਦੇ ਨਾਲ ਗਲੀਆਂ ਭਰੀਆਂ ਹੁੰਦੀਆਂ। ਕਤੇਬਨ ਕੁਰਾਨ ਕੀ, ਜਿੱਧਰ ਕਿੱਧਰ ਆਵਾਜ਼ ਆਉਣੀ ਸੀ ਕੇਵਲ ਅੱਲਾਹੂ ਅਕਬਰ। ਇਸਲਾਮ ਦੇ ਵਿਰੋਧੀ ਨਹੀਂ, ਪਰ ਇਹ ਇਤਿਹਾਸ ਦੀ ਸੱਚਾਈ ਹੈ। ਮੇਰੇ ਪਾਤਸ਼ਾਹ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਕਮਾਈ ਵੇਖੋ। ਕਵੀ ਜੀ ਕਹਿੰਦੇ ਨੇ, ਛਾਏ ਜਾਤੀ ਏਕਤਾ, ਅਨੇਕਤਾ ਬਿਲਾਏ ਜਾਤੀ, ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ, ਪਾਪ ਪਰਪੱਕ ਜਾਤੇ। ਜਿਹਨੂੰ ਅੱਜ ਪਾਪ ਕਹਿੰਦੇ ਆ ਨਾ, ਉਹ ਸਾਰਿਆਂ ਨੇ ਉਹੀ ਕੰਮ ਹੀ ਕਰਿਆ ਕਰਨਾ ਸੀ। ਪਾਪ ਪਰਪੱਕ ਜਾਤੇ, ਧਰਮ ਧਸਕ ਜਾਤੇ, ਵਰਨ ਗਰਕ ਜਾਤੇ, ਸਾਹਿਤ ਵਿਧਾਨ ਕੀ, ਦੇਵੀ ਦੇਵ ਦੇਹੁਰੇ ਸੰਤੋਖ ਸਿੰਘਾ ਦੂਰ ਹੋਤੇ, ਰੀਤ ਮਿਟ ਜਾਤੀ, ਕਥਾ ਬੇਦਨ ਪੁਰਾਨ ਕੀ, ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ, ਮੂਰਤ ਨਾ ਹੋਤੀ ਜੋ ਪੈ ਕਰੁਣਾ ਨਿਧਾਨ ਕੀ। ਜੇ ਇਸ ਜਗਤ ਵਿੱਚ ਧੰਨ ਗੁਰੂ ਨਾਨਕ ਦੀ ਜੋਤ ਪ੍ਰਗਟ ਨਾ ਹੋਈ ਹੁੰਦੀ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਖਾਲਸਾ ਨਾ ਸਾਜਿਆ ਹੁੰਦਾ, ਬਲਕਿ ਉਸ ਤੋਂ ਵੀ ਪਹਿਲਾਂ 9 ਵਰਿਆਂ ਦੀ ਉਮਰ ਵਿੱਚ ਜਦੋਂ ਪੰਡਿਤ ਆਏ, ਫਰਿਆਦ ਕੀਤੀ ਸਾਡਾ ਧਰਮ ਸੰਕਟ ਵਿੱਚ ਹੈ, ਤਾਂ ਮਹਾਰਾਜ ਨੇ ਪਿਤਾ ਜੀ ਨੂੰ ਪੁੱਛਿਆ। ਸੰਖੇਪ ਵਿੱਚ ਹੀ ਬੇਨਤੀ ਕਰਨ ਲੱਗਾ, ਇਹਨਾਂ ਦੇ ਧਰਮ ਦੀ ਰੱਖਿਆ ਕਿਵੇਂ ਹੋਵੇ? ਪਿਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਆਖਿਆ ਕਿ ਇਹਨਾਂ ਦੇ ਧਰਮ ਦੀ ਰੱਖਿਆ ਦਾ ਕੇਵਲ ਇੱਕ ਰਾਹ ਹੈ, ਕੋਈ ਮਹਾਨ ਪਵਿੱਤਰ ਆਤਮਾ ਆਪਣਾ ਸੀਸ ਦੇ ਦੇਵੇ, ਸ਼ਹੀਦੀ ਪਾ ਜਾਵੇ, ਤਾਂ ਇਸ ਜ਼ੁਲਮ ਦਾ ਅੰਤ ਹੋਵੇਗਾ, ਠੱਲ ਪਵੇਗੀ, ਨਹੀਂ ਤੇ ਇਹ ਜ਼ੁਲਮ ਨਹੀਂ ਰੁਕਣਾ। ਤਾਂ ਉਸ ਵੇਲੇ ਜੋ ਬਚਨ ਮਹਾਰਾਜ ਨੇ ਕਹੇ, ਪੰਜਾਬੀ ਦੇ ਇੱਕ ਕਵੀ ਨੇ 2 ਲਾਈਨਾਂ ਦੇ ਵਿੱਚ ਬਹੁਤ ਭਾਵਨਾ ਭਰ ਦਿੱਤੀ। ਉਹ ਕਹਿਣ ਲੱਗਾ, 9 ਸਾਲ ਦਾ ਨਾਨਕ ਕਹਿੰਦਾ, ਧੰਨ ਗੁਰੂ ਨਾਨਕ ਦੇਵ ਜੀ
ਜਦੋਂ 9 ਵਰਿਆਂ ਦੇ ਨੇ ਤੇ ਪੰਡਿਤ ਜੀ ਆਏ, ਜਨੇਊ ਲਿਆਂਦਾ। ਮਹਾਰਾਜ ਨੇ ਇਨਕਾਰ ਕਰ ਦਿੱਤਾ, ਮੈਂ ਨਹੀਂ ਪਾਉਣਾ। ਅੱਜ ਗੁਰੂ ਗੋਬਿੰਦ ਸਿੰਘ ਜੀ 9 ਸਾਲ ਦੇ ਨੇ ਤੇ ਪੰਡਿਤ ਆ ਕੇ ਕਹਿੰਦੇ ਨੇ, ਬਾਬਾ ਜੀ ਸਾਡੇ ਗਲੋਂ ਧੱਕੇ ਨਾਲ ਲਹਾਉਂਦੇ ਪਏ ਨੇ। ਮਹਾਰਾਜ ਨੇ ਕੀ ਕੀਤਾ? 9 ਸਾਲ ਦਾ ਨਾਨਕ ਕਹਿੰਦਾ ਜਬਰੀ, ਜਬਰੀ ਦਾ ਮਤਲਬ ਜਾਣਦੇ ਹੋ ਨਾ, ਜ਼ਬਰਦਸਤੀ, ਜਬਰੀ ਜੰਨੂ ਪੈਣ ਨਹੀਂ ਦੇਣਾ। 9 ਸਾਲ ਦਾ ਗੋਬਿੰਦ ਕਹਿੰਦਾ ਜਬਰੀ ਜੰਨੂ ਲੈਣ ਨਹੀਂ ਦੇਣਾ, ਨਾ ਜ਼ਬਰਦਸਤੀ ਪਾਵਾਂਗੇ। ਜੇ ਕੋਈ ਜ਼ਬਰਦਸਤੀ ਕਿਸੇ ਦਾ ਲਹਾਉਣਾ ਚਾਹੇਗਾ ਫਿਰ ਅਸੀਂ ਲਾਉਣ ਵੀ ਨਹੀਂ ਦੇਵਾਂਗੇ। ਆਪਣੀ ਮਰਜ਼ੀ ਹੈ, ਕੋਈ ਪਾਵੇ ਕੋਈ ਲਾਵੇ, ਇਹ ਆਪਣੀ ਮਰਜ਼ੀ ਹੈ, ਧੱਕੇ ਨਾਲ ਨਹੀਂ। ਨਾ ਧੱਕੇ ਨਾਲ ਪਾਉਣ ਦੇਵਾਂਗੇ ਤੇ ਨਾ ਧੱਕੇ ਨਾਲ ਲਾਉਣ ਦੇਵਾਂਗੇ। ਇਹ ਸਿੱਖੀ ਦਾ ਫਲਸਫਾ ਹੈ। ਅੱਗੇ ਚੱਲੀਏ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਬਚਨ ਸੁਣੇ, ਪ੍ਰਸੰਨ ਹੋਏ, ਆਪਣੇ ਪੁੱਤਰ ਨੂੰ ਸ਼ਾਬਾਸ਼ ਦਿੱਤੀ ਤੇ ਬੜੇ ਬੇਝਿਜਕ ਹੋ ਕੇ ਪੰਡਤਾਂ ਨੂੰ ਕਹਿ ਦਿੱਤਾ, ਕਿਹਾ ਪਾਤਸ਼ਾਹ ਬੱਚਿਓ ਘਰੀ ਜਾਵੋ, ਸੀਸ ਦੇ ਕੇ ਧਰਮ ਬਚਾਵਾਂਗਾ ਮੈਂ। ਧਰਮ ਭਾਵੇਂ ਤੁਹਾਡੇ ਤੇ ਖਤਰਾ ਬਣਿਆ, ਸੀਸ ਅਸੀਂ ਦੇਵਾਂਗੇ, ਕਿਉਂਕਿ ਸਾਡਾ ਜਨਮ ਹੀ ਧਰਮ ਦੀ ਰੱਖਿਆ ਲਈ ਹੋਇਆ ਹੈ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਗਮਨ ਹੋਇਆ ਨਾ, ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਜੀ ਦੇ ਚਰਨਾਂ ਵੱਲ ਨਮਸਕਾਰ ਕੀਤੀ। ਮਾਤਾ ਗੰਗਾ ਜੀ ਨੇ ਪੁੱਛਿਆ, ਇਦਾਂ ਕਿਉਂ? ਵੱਡੇ ਪੁੱਤਰ ਵੀ ਤੁਹਾਡੇ 4 ਨੇ, ਉਹਨਾਂ ਵਰੀ ਤੇ ਨਹੀਂ ਸੀ ਕੀਤਾ। ਮਹਾਰਾਜ ਕਹਿਣ ਲੱਗੇ, ਵੱਡਿਆਂ ਵਰਗਾ ਨਹੀਂ ਹੈ, ਇਹ ਮਹਾਂਪੁਰਖ ਹੈ, ਧਰਤੀ ਤੇ ਪਾਪ ਦੇ ਜ਼ੁਲਮ ਦੇ ਰਾਜ ਨੂੰ ਠੱਲ ਪਾਉਣ ਤੇ ਧਰਮ ਦੀ ਸਥਾਪਤੀ ਕਰਨ ਆਇਆ ਹੈ। ਮੇਰੇ ਹਜੂਰ ਕਹਿਣ ਲੱਗੇ, ਕਿਹਾ ਪਾਤਸ਼ਾਹ ਬੱਚਿਓ ਘਰੀ ਜਾਵੋ, ਸਿਰ ਦੇ ਕੇ ਧਰਮ ਬਚਾਵਾਂਗਾ ਮੈਂ। ਹਿੰਦੂ ਧਰਮ ਦੇ ਬੁਝ ਰਹੇ ਦੀਵੇ ਅੰਦਰ ਤੇਲ ਆਪਣੇ ਲਹੂ ਦਾ ਪਾਵਾਂਗਾ ਮੈਂ। ਪਾਇਆ ਦੇਸ਼ ਦੀਆਂ ਜੜਾਂ ਵਿੱਚ ਖੂਨ ਆਪਣਾ, ਭਾਰਤ ਵਰਸ਼ ਦਾ ਬਾਗ ਤਾਂ ਫਲ ਰਿਹਾ ਹੈ। ਹਿੰਦੂ ਮੰਦਰ ਦੇ ਦੀਵੇ ਵਿੱਚ ਅੱਜ ਵੀ ਲਹੂ ਗੁਰੂ ਤੇਗ ਬਹਾਦਰ ਦਾ ਬਲ ਰਿਹਾ। ਹਿੰਦੂ ਮੰਦਰ ਸਾਨੂੰ ਬੁਰਾ ਲੱਗਦਾ ਹੈ? ਨਹੀਂ ਜੀ, ਜਿੰਨਾ ਸਾਨੂੰ ਪਿਆਰਾ ਹੈ ਉਹਨਾਂ ਕਿਸੇ ਨੂੰ ਵੀ ਨਹੀਂ ਹੋਣਾ, ਕਿਉਂਕਿ ਉਸ ਮੰਦਰ ਦੇ ਦੀਵੇ ਦੇ ਵਿੱਚ ਤੇਲ ਨਹੀਂ, ਸਾਡੇ ਪਿਤਾ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਖੂਨ ਬਲਦਾ ਪਿਆ। ਸਾਨੂੰ ਕਿਸੇ ਹਿੰਦੂ ਦਾ ਜਨੇਊ ਮਾੜਾ ਲੱਗਦਾ ਹੈ? ਕਦੇ ਵੀ ਨਹੀਂ, ਕਿਉਂਕਿ ਚੇਤਾ ਰੱਖੋ ਤੁਹਾਡੇ ਲਈ ਉਹ ਧਾਗਾ ਹੋ ਸਕਦਾ ਹੈ। ਉਹ ਮੇਰੇ ਹਿੰਦੂ ਵੀਰੋ, ਸਾਡੇ ਬਾਪੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਆਂਦਰਾਂ ਨੇ। ਕਿਸੇ ਦੇ ਮੱਥੇ ਤੇ ਟਿੱਕਾ ਲੱਗਾ ਹੋਵੇ, ਸਾਨੂੰ ਉਹ ਬੁਰਾ ਕਿਉਂ ਲੱਗੇ? ਤੁਹਾਡੇ ਨਾਲੋਂ ਸਾਨੂੰ ਉਹ ਜ਼ਿਆਦਾ ਪਿਆਰਾ ਲੱਗਦਾ ਹੈ, ਕਿਉਂਕਿ ਤੁਹਾਡਾ ਇਹ ਟਿੱਕਾ ਮਿਟ ਨਾ ਜਾਵੇ। ਇਸ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਖੂਨ ਡੋਲ ਦਿੱਤਾ। ਇਹਦੇ ਨਾਲੋਂ ਵੱਡੀ ਹੋਰ ਕੀ ਖਾਲਸਾ ਜੀ ਭਰਾਤਰੀ ਭਾਵ ਦੀ ਮਿਸਾਲ, ਇਹਦੇ ਨਾਲੋਂ ਵੱਡੀ ਪ੍ਰੇਮ ਦੀ ਮਿਸਾਲ ਹੋਰ ਕੀ ਹੋ ਸਕਦੀ ਹੈ? ਮੇਰੇ ਹਜੂਰ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਆਪਾਂ ਸੁਣਦੇ ਆ ਨਾ ਇਤਿਹਾਸ ਦੇ ਬਚਨ, ਪਹਿਲੇ ਪਿਤਾ ਕਟਾਇਆ ਅਬ ਬੇਟੇ ਕਟਾਊਂਗਾ। ਧੰਨ ਗੁਰੂ ਗੋਬਿੰਦ ਸਿੰਘ ਜੀ ਸ਼ਹੀਦ ਪਿਤਾ ਦੇ ਪੁੱਤਰ, ਸ਼ਹੀਦ ਪੁੱਤਰਾਂ ਦੇ ਪਿਤਾ। ਪਹਿਲੇ ਪਿਤਾ ਕਟਾਇਆ अब बेटे कटाऊंगा, नानक का बाग खूने जिगर से खिलाऊंगा। हुण मैं इस वार्ता वाल आवां कि इतिहास नूं पढ़न ते सुनन दा लाभ की हुंदा है। धन श्री गुरु ग्रंथ साहिब जी की बाणी सहज पाठ जिन्ने करदे हो वधाई दे पात्र हो, जिहड़े नहीं करदे करिया करिए। श्री गुरु अमरदास महाराज जी का एक प्यारा बचन है। मेरे हजूर दाता जी फरमान करते ने, बाबाणियां कहानियां पुत सुपुत करेन। इहदे अर्थां नूं ध्यान नाल समझियो। ਜਿਹੜੇ इतिहास की पढ़ाई करते ने, जिवें हुणे ਗਿਆਨੀ पारस जी दस के गए ने कि जथे दे ਜਿਹੜੇ वीर ने भैणां ने ये हाई लैवल के ਜਿਹੜੇ यूनीवर्सिटी ਦੇ ਵਿੱਚ ਨਾਲ पढ़ाई भी कर रहे हैं, उच्च जमातां ਦੇ ਵਿੱਚ। बड़ी खुशी
ਜਿਨ੍ਹਾਂ ਨੇ ਤੁਹਾਡੇ ਵਿੱਚੋਂ ਮੇਰੇ ਕਿਸੇ ਭਰਾਵਾਂ ਨੇ, ਬਜ਼ੁਰਗਾਂ ਨੇ, ਭੈਣਾਂ ਨੇ, ਕਿਸੇ ਨੇ ਐਮਏ ਦੀ ਪੜ੍ਹਾਈ ਇਤਿਹਾਸ ਵਿੱਚ ਕੀਤੀ ਹੋਵੇ, ਕੋਈ ਬੱਚਾ ਕਰਦਾ ਹੋਵੇ, ਉਹਨਾਂ ਨੂੰ ਪਤਾ ਹੈ ਕਿ ਇੱਕ ਕਿਤਾਬ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਜਾਂਦੀ ਹੈ, ਹਰ ਯੂਨੀਵਰਸਿਟੀ 'ਚ ਪੜ੍ਹਾਈ ਜਾਂਦੀ ਹੈ। ਇਹਦਾ ਲੇਖਕ ਹੈ E.H. ਕਾਰ ਤੇ ਕਿਤਾਬ ਦਾ ਨਾਮ ਹੈ ਵਾਟ ਇਜ਼ ਅ ਹਿਸਟਰੀ। ਉਹ ਕਹਿੰਦਾ ਕਿ ਇਤਿਹਾਸ ਕੀ ਹੈ। ਅਸੀਂ ਕਵਾਂਗੇ ਵੀ ਪੁਰਾਣੇ ਜ਼ਮਾਨੇ ਦੇ ਵਿੱਚ ਜੋ ਕੁਝ ਹੋਇਆ ਉਹੋ ਹੀ ਇਤਿਹਾਸ ਹੈ। ਉਹ ਕਹਿੰਦਾ ਬਿਲਕੁਲ ਗਲਤ, ਇਹ ਤਾਂ ਰਿਕਾਰਡ ਹੈ। ਰਿਕਾਰਡ ਸਮਝਦੇ ਨਾ ਗੱਲ ਆਪਾਂ, ਇੰਨੀ ਤਰੀਕ ਨੂੰ ਅਕਬਰ ਬਾਦਸ਼ਾਹ ਪੈਦਾ ਹੋਇਆ, ਇੰਨੀ ਨੂੰ ਬਾਦਸ਼ਾਹ ਬਣ ਗਿਆ, ਇੰਨੀ ਨੂੰ ਉਹਨੇ ਆਹ ਜੰਗ ਜਿੱਤੀ, ਇੰਨੀ ਤਰੀਕ ਨੂੰ ਮਰ ਗਿਆ। ਇਹ ਕੀ ਹੈ? ਇਹ ਹੈ ਰਿਕਾਰਡ, ਹੋਰ ਕੁਝ ਨਹੀਂ ਹੈ। ਇਤਿਹਾਸ ਇਹਨੂੰ ਨਹੀਂ ਕਹੀਦਾ। ਫਿਰ ਇਤਿਹਾਸ ਕੀ ਹੈ? E.H. ਕਾਰ ਆਪਣੀ ਕਿਤਾਬ ਦੇ ਵਿੱਚ ਲਿਖਦਾ ਹੈ, ਬੜਾ ਵੱਡਾ ਪੱਛਮ ਦਾ ਉਹ ਇਤਿਹਾਸ ਦਾ ਖੋਜ ਦਾ ਸਭ ਤੋਂ ਵੱਡਾ ਵਿਦਵਾਨ ਉਹਨੂੰ ਮੰਨਿਆ ਜਾਂਦਾ ਹੈ। ਇਤਿਹਾਸਕਾਰੀ ਕਿਵੇਂ ਕੀਤੀ ਜਾਵੇ ਉਹਨੂੰ ਪੜ੍ਹਦੇ ਨੇ ਲੋਕ। ਤੇ ਉਹ ਕਹਿੰਦਾ ਇਤਿਹਾਸ ਦਾ ਮਤਲਬ ਹੈ ਕਿ ਸਾਡੇ ਪ੍ਰੈਜ਼ੈਂਟ ਦੇ ਡਾਇਲੌਗਸ ਪਾਸਟ ਦੇ ਨਾਲ, ਸਾਡੇ ਵਰਤਮਾਨ ਦਾ ਸੰਵਾਦ ਭੂਤਕਾਲ ਦੇ ਨਾਲ। ਭੂਤਕਾਲ ਬੀਤ ਚੁੱਕਾ ਸਮਾਂ ਤੇ ਵਰਤਮਾਨ ਅੱਜ ਦਾ ਸਮਾਂ। ਉਹ ਕਹਿੰਦਾ ਅੱਜ ਦੇ ਸਮੇਂ ਦਾ ਬੀਤ ਚੁੱਕੇ ਸਮੇਂ ਦੇ ਨਾਲ ਵਾਰਤਾਲਾਪ ਹੋਵੇ, ਗੱਲਾਂ ਬਾਤਾਂ ਹੋਣ, ਇਹਨੂੰ ਇਤਿਹਾਸ ਕਹਿੰਦੇ ਨੇ। ਤੇ ਇਹਦੇ ਵਿੱਚੋਂ ਜੋ ਪੈਦਾ ਹੋਵੇ ਉਹਨੂੰ ਫਿਊਚਰ ਕਹਿੰਦੇ ਨੇ, ਉਹ ਭਵਿੱਖ ਹੈ। ਇਤਿਹਾਸ ਤੈਅ ਕਰਦਾ ਹੈ ਸਾਡਾ ਫਿਊਚਰ ਕੀ ਹੋਵੇਗਾ। ਇਤਿਹਾਸ ਤੈਅ ਕਰਦਾ ਹੈ ਕਿ ਸਾਡੇ ਆਉਣ ਵਾਲੀਆਂ ਨਸਲਾਂ, ਆਉਣ ਵਾਲੀਆਂ ਪੀੜ੍ਹੀਆਂ ਕੀ ਕਰਨਗੀਆਂ, ਉਹ ਕਿੱਦਾਂ ਦੀਆਂ ਹੋਣਗੀਆਂ, ਉਹਨਾਂ ਦਾ ਜੀਵਨ ਕੈਸਾ ਹੋਵੇਗਾ, ਸਾਡੀ ਕੌਮ ਦਾ ਭਵਿੱਖ ਕੀ ਹੋਵੇਗਾ। ਮੈਥਿਲੀ ਸ਼ਰਨ ਗੁਪਤ ਨੇ ਛੋਟੇ ਸਾਹਿਬਜ਼ਾਦਿਆਂ ਦਾ ਇਤਿਹਾਸ ਪੜ੍ਹਿਆ। ਬੜਾ ਵੱਡਾ ਉਹ ਕਵੀ ਹੈ ਹਿੰਦੀ ਦਾ, ਤੇ ਛੋਟੇ ਸਾਹਿਬਜ਼ਾਦਿਆਂ ਦਾ ਇਤਿਹਾਸ ਪੜ੍ਹਿਆ। ਅੱਖਾਂ ਉਹਦੀਆਂ ਵਗਣ ਲੱਗ ਪਈਆਂ ਤੇ ਉਹਨੇ ਫਿਰ ਕਿਹਾ ਸੀ, ਜਿਸ ਦੇਸ਼ ਧਰਮ ਕੇ ਕੌਮ ਕੇ ਬੱਚੇ ਹੋ ਸਕਦੇ हैं यूं कुर्बान, उसका वर्तमान चाहे कुछ हो भविष्य है महामहान। ਉਹ ਕਹਿੰਦਾ ਭੂਤਕਾਲ ਵੱਲ ਤੱਕ ਕੇ ਮੈਂ ਦੱਸ ਦਿੰਨਾ, ਵਰਤਮਾਨ ਜੋ ਮਰਜ਼ੀ ਹੋਵੇ, ਇਸ ਕੌਮ ਦਾ ਭਵਿੱਖ ਬੜਾ ਮਹਾਨ ਹੋਵੇਗਾ। ਕਿਉਂਕਿ ਇਤਿਹਾਸ ਸਾਂਭੀ ਫਿਰਦੇ ਨੇ। ਸਾਧ ਸੰਗਤ ਜੀ, ਧੰਨ ਸ਼੍ਰੀ ਗੁਰੂ ਅਮਰਦਾਸ ਜੀ ਦੇ ਬਚਨ ਵੀ ਇਹੋ ਸਿਖਾਉਂਦੇ ਨੇ। ਜਦੋਂ ਆਪਣੇ ਵੱਡਿਆਂ ਵਡੇਰਿਆਂ ਦੀਆਂ ਗੱਲਾਂ ਸੁਣਦੇ ਆ ਤਾਂ ਸਾਡੇ ਅੰਦਰ ਜਜ਼ਬਾ ਪੈਦਾ ਹੁੰਦਾ, ਜਨੂਨ ਪੈਦਾ ਹੁੰਦਾ ਹੈ। ਮੈਂ ਕਹਿੰਦਾ ਹੈ ਕਿ ਸ਼ੀਸ਼ੇ ਅੱਗੇ ਕੋਈ ਗੁਰੂ ਕਾ ਸਿੱਖ ਖਲੋ ਜਾਵੇ ਕੱਲਾ ਕਮਰੇ ਦੇ ਵਿੱਚ, ਕਮਰਾ ਬੰਦ ਕਰ ਲਿਆ, ਸ਼ੀਸ਼ੇ ਅੱਗੇ ਖੜੇ ਹੋ ਜਾਓ, ਸ਼ੀਸ਼ੇ ਵਿੱਚ ਆਪਣੇ ਆਪ ਨੂੰ ਵੇਖ ਕੇ ਕਹੋ, ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤ ਹਾਂ। ਬਸ ਇੱਕ ਲਾਈਨ ਕਹੋ, ਆਪਣੇ ਆਪ ਨੂੰ ਮਹਿਸੂਸ ਕਰਕੇ ਵੇਖਿਓ। ਜਦੋਂ ਕਵਾਂਗੇ ਮੈਂ ਗੁਰੂ ਗੋਬਿੰਦ ਸਿੰਘ ਦਾ ਪੁੱਤ ਹਾਂ, ਸਰੀਰ ਦੇ ਵਿੱਚ ਬਿਜਲੀ ਦੌੜਨ ਲੱਗ ਪਵੇਗੀ, ਲੂੰ ਕੰਡੇ ਖੜੇ ਹੋ ਜਾਣਗੇ। ਜੇ ਕੇਵਲ ਇੰਨੀ ਗੱਲ ਕਹਿਣ ਦੇ ਨਾਲ ਸਰੀਰ ਕਰੰਟ ਫੜਦਾ ਹੈ, ਤੇ ਜੇ ਸਾਡੇ ਦਿਲ ਦੇ ਵਿੱਚ ਅਨੁਭਵ ਹੋ ਜਾਵੇ ਤੇ ਫਿਰ 40 ਨੇ 10 ਲੱਖ ਨੂੰ ਅੱਗੇ ਲਾ ਲੈਣਾ। ਇਹ ਕੋਈ ਅਚੰਭਤ ਕਰਨ ਵਾਲੀ ਗੱਲ ਨਹੀਂ ਹੈ, ਫਿਰ ਇਹ ਸਧਾਰਨ ਗੱਲ ਹੋਵੇਗੀ। ਫਿਰ ਉਹ ਇਕੱਲਾ ਹੀ 1.25 ਲੱਖ ਹੋਵੇਗਾ। ਖਾਲਸਾ ਜੀ, ਜਦੋਂ ਇਤਿਹਾਸ ਪੜਾਂਗੇ ਤੇ ਪੜਾਂਗੇ ਗੁਰਬਾਣੀ ਦੀ ਰੌਸ਼ਨੀ ਦੇ ਵਿੱਚ, ਤਾਂ ਸਾਡਾ ਜੀਵਨ ਤਬਦੀਲ ਹੋਵੇਗਾ, ਸਾਡਾ ਜੀਵਨ ਬਦਲੇਗਾ। ਇਤਿਹਾਸ ਦੇ ਵਿੱਚ ਬਹੁਤ ਐਸੀਆਂ ਉਦਾਹਰਨਾਂ ਮਿਲ ਜਾਂਦੀਆਂ ਨੇ, ਜੇ ਉਹਨਾਂ ਨੂੰ ਗਿਣ ਲਗੀਏ ਤਾਂ ਅਣਗਿਣਤ ਨੇ। ਤੇ ਜਿਹੜੀ ਮੈਂ ਇੱਥੇ ਆਰੰਭ ਦੇ ਵਿੱਚ ਇੱਕ ਹੋਰ ਬੇਨਤੀ ਕਰਕੇ ਫਿਰ ਅੱਗੇ ਤੁਰਾਂ, ਇਤਿਹਾਸ 2 ਤਰ੍ਹਾਂ ਦਾ ਹੁੰਦਾ ਹੈ, ਇੱਕ ਜਿੰਦਾ, ਇੱਕ ਮੁਰਦਾ। ਇਹਦਾ ਗਲਤ ਅਰਥ ਨਾ ਲਿਓ, ਮੈਂ ਬੇਨਤੀ ਆਰੰਭ ਵਿੱਚ ਕਰਦੇ ਹਾਂ ਵੀ ਥੋੜਾ ਧਿਆਨ ਦੇ ਕੇ ਸਮਝਣ ਵਾਲਾ ਵਿਸ਼ਾ ਹੈ। ਇਤਿਹਾਸ 2 ਤਰ੍ਹਾਂ ਦਾ ਹੈ, ਇੱਕ ਜਿੰਦਾ ਇਤਿਹਾਸ ਹੈ, ਇੱਕ ਮੁਰਦਾ ਇਤਿਹਾਸ ਹੈ। ਜਿੰਦਾ ਇਤਿਹਾਸ ਨੂੰ ਆਪਾਂ ਹਿਸਟਰੀ ਕਹਿੰਦੇ ਆ, ਮੁਰਦਾ ਇਤਿਹਾਸ ਨੂੰ ਮਿਸਟਰੀ ਕਹਿੰਦੇ ਆ। ਜਿਉਂਦਾ ਜਾਗਦਾ ਹੋਵੇ ਇਤਿਹਾਸ, ਮੁਰਦਾ ਹੋਵੇ ਉਹਨੂੰ ਕਹਿੰਦੇ ਮਿਥਿਹਾਸ। ਇਦਾਂ ਕਿਉਂ? ਵਿਗਿਆਨ ਦੇ ਵਿੱਚ ਜਿਉਂਦੀਆਂ ਤੇ ਮੁਰਦਾ ਚੀਜ਼ਾਂ ਦੇ ਬਾਬਤ ਪੜ੍ਹਾਇਆ ਜਾਂਦਾ ਨਾ। ਜਦੋਂ ਮੇਰਾ ਖਿਆਲ ਹੈ 7ਵੀਂ ਜਾਂ 8ਵੀਂ ਜਮਾਤ ਵਿੱਚ ਇਹ ਪੜ੍ਹਾਇਆ ਜਾਂਦਾ
ਤੇ ਉੱਤੇ ਇੱਕ ਸਵਾਲ ਆਉਂਦਾ ਹੈ, ਡਿਫਰੈਂਸ ਬਿਟਵੀਨ ਲਿਵਿੰਗ ਐਂਡ ਨॉन ਲਿਵਿੰਗ ਥਿੰਗਸ, ਇਦਾਂ ਦਾ ਕੋਈ ਸਵਾਲ ਆਉਂਦਾ। ਤੇ ਉਹਦੇ ਵਿੱਚ ਬਹੁਤ ਪੁਆਇੰਟਸ ਉਹ ਗਣਾਉਂਦੇ ਨੇ, ਪਰ ਇੱਕ ਜਿਹੜਾ ਨੁਕਤਾ ਇਹ ਹੁੰਦਾ ਹੈ, ਉਹ ਕਹਿੰਦੇ ਜਿਹੜੀ ਲਿਵਿੰਗ ਥਿੰਗ ਹੈ ਨਾ, ਜਿਉਂਦੀ ਚੀਜ਼ ਹੈ, ਉਹਦਾ ਗੁਣ ਹੈ ਉਹ ਆਪਣੇ ਵਰਗਾ ਨਵਾਂ ਪੈਦਾ ਕਰ ਦਿੰਦੀ ਹੈ। ਠੀਕ ਹੈ ਜੀ। ਤੇ ਨॉन ਲਿਵਿੰਗ ਥਿੰਗ ਯਾਨੀ ਕਿ ਮੁਰਦਾ ਚੀਜ਼, ਉਹਦੇ ਵਿੱਚ ਇਹ ਅਵਗੁਣ ਹੈ ਕਿ ਉਹ ਆਪਣੇ ਵਰਗਾ ਨਵਾਂ ਪੈਦਾ ਨਹੀਂ ਕਰ ਸਕਦੀ। ਪੰਛੀ ਨੇ ਅੰਡਾ ਦਿੱਤਾ, ਉਹਦੇ ਵਿੱਚੋਂ ਉਹਦੇ ਵਰਗਾ ਪੰਛੀ ਪੈਦਾ ਹੋ ਗਿਆ। ਇੱਕ ਜਾਨਵਰ ਨੇ ਜਨਮ ਦਿੱਤਾ ਆਪਣੇ ਵਰਗੇ ਇੱਕ ਬੱਚੇ ਨੂੰ, ਇਨਸਾਨ ਵੀ ਆਪਾਂ ਅੱਗੇ ਆਪਣੇ ਵਰਗੇ ਬੱਚੇ। ਤੇ ਜਿਹੜੇ ਦਰਖਤ ਨੇ, ਬਨਸਪਤੀ ਹੈ, ਉਹ ਵੀ ਬੀਜ ਬੀਜੋ ਤੇ ਜਿੱਦਾਂ ਦਾ ਉਹਦਾ ਰੁੱਖ ਸੀ ਉਦਾਂ ਦਾ ਰੁੱਖ ਉਹਦੇ ਵਿੱਚੋਂ ਨਿਕਲ ਆਉਂਦਾ ਹੈ। ਪਰ ਆ ਮੇਰੇ ਸਾਹਮਣੇ ਲੱਗਾ ਹੋਇਆ ਮਾਈਕ ਹੈ, ਜੇ ਆਪਾਂ ਕਹੀਏ ਵੀ ਇਹ ਮਾਈਕ ਆਪਣੇ ਵਰਗਾ ਮਾਈਕ ਪੈਦਾ ਕਰ ਦੇਵੇ ਤੇ ਇਹ ਕਦੇ ਨਹੀਂ ਜੇ ਹੋਣਾ। ਜੇ ਕੋਈ ਕਵੇ ਆ ਕੈਮਰੇ ਵਰਗਾ ਕੈਮਰਾ ਪੈਦਾ ਹੋ ਜਾਵੇ ਇਹਦੇ ਵਿੱਚੋਂ, ਇਹ ਕਦੇ ਨਹੀਂ ਹੋਣਾ। ਜਿਹੜੀ ਜਿਉਂਦੀ ਜਾਗਦੀ ਚੀਜ਼ ਹੈ ਉਹਦੀ ਇਹ ਖਾਲਸਾ ਜੀ ਸਮਰੱਥਾ ਹੈ, ਉਹ ਆਪਣੇ ਵਰਗਾ ਨਵਾਂ ਪੈਦਾ ਕਰ ਦੇਵੇ। ਤੇ ਜਿਹਦੇ ਵਿੱਚ ਜ਼ਿੰਦਗੀ ਨਹੀਂ, ਉਹਦੇ ਵਿੱਚ ਇਹ ਸਮਰੱਥਾ ਨਹੀਂ ਕਿ ਉਹ ਆਪਣੇ ਵਰਗਾ ਨਵਾਂ ਪੈਦਾ ਕਰ ਦੇਵੇ। ਹੁਣ ਧਿਆਨ ਦਿਓ, ਸਾਡੇ ਭਾਰਤ ਦਾ ਪੁਰਾਣਾ ਇਤਿਹਾਸ ਜਿਹਨੂੰ ਕਹਿੰਦੇ ਆ, ਜਿਹਨੂੰ ਮਿਥਿਹਾਸ ਕਹਿੰਦੇ ਆ, ਮੈਂ ਕਿਸੇ ਤੇ ਉਂਗਲ ਨਹੀਂ ਚੁੱਕਦਾ ਪਿਆ, ਪਰ ਨੁਕਤਾ ਸਮਝਣ ਵਾਲੀ ਬਾਤ ਹੈ। ਅਸਾਂ ਪੜ੍ਹਿਆ ਤੇ ਸੁਣਿਆ ਬਜ਼ੁਰਗਾਂ ਦੇ ਕੋਲੋਂ, ਕਹਿੰਦੇ ਵੀ ਅਰਜਨ ਨੇ ਤੀਰ ਮਾਰ ਕੇ ਤੇ ਦਰਿਆ ਤੇ ਪੁਲ ਬੰਨ ਦਿੱਤਾ ਸੀ। ਕਿੰਨਾ ਨਿਸ਼ਾਨਾ ਪੱਕਾ ਹੈ, ਕਿੰਨਾ ਉਹਦੇ ਤੀਰਾਂ 'ਚ ਬਲ ਸੁਣਦੇ ਆ ਨਾ। ਪਰ ਧਿਆਨ ਦਿਓ, ਇੰਨੇ ਵਰੇ ਹੋ ਗਏ ਨੇ, ਕਦੇ ਕੋਈ ਆਰਚਰੀ ਦੇ ਵਿੱਚੋਂ ਕੋਈ ਨਵਾਂ ਅਰਜਨ ਪੈਦਾ ਹੋਇਆ ਜਿਹੜਾ ਜ਼ਿਆਦਾ ਤੇ ਨਾ ਸਹੀ, ਘੱਟੋ ਘੱਟ ਕੋਈ 골ਡ ਮੈਡਲ ਹੀ ਜਿੱਤ ਕੇ ਲੈ ਆਵੇ ਓਲੰਪਿਕ ਗੇਮਾਂ ਦੇ ਵਿੱਚੋਂ। ਦੂਜਾ ਅਰਜਨ ਨਹੀਂ ਪੈਦਾ ਹੋਇਆ। ਮਹਾਭਾਰਤ ਟੀਵੀ ਤੇ ਵੀ ਵੇਖ ਲਿਆ, ਕਥਾ ਵੀ ਸੁਣ ਲਈ, ਪਰ ਦੂਜਾ ਅਰਜਨ ਪੈਦਾ ਨਹੀਂ ਨਾ ਹੋਇਆ। ਭੀਮ ਸੇਨ, ਉਹਨੇ ਹਾਥੀ ਘਮਾ ਕੇ ਮਾਰੇ ਤੇ ਅਜੇ ਵੀ ਹਾਥੀ ਘੁੰਮਦੇ ਫਿਰਦੇ ਨੇ ਆਕਾਸ਼ ਵਿੱਚ, ਤੇ ਦੂਜਾ ਭੀਮ ਸੇਨ ਪੈਦਾ ਹੋ ਸਕਿਆ? ਮੈਨੂੰ ਮਾਫ ਕਰਨਾ, ਦੂਜਾ ਭੀਮ ਸੇਨ ਨਹੀਂ ਪੈਦਾ ਹੋਇਆ। ਤੇ ਜਿਹੜੀਆਂ ਵਾਰਾਂ ਗੁਰੂ ਕੇ ਢਾਡੀ ਸਿੰਘ ਗਾ ਕੇ ਗਏ ਨੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਹੋਈ, ਖਬਰ ਸੁਣੀ, ਧੰਨ ਬਾਬਾ ਦੀਪ ਸਿੰਘ ਜੀ 75-76 ਵਰ੍ਹੇ ਦੀ ਉਮਰ ਦੇ ਵਿੱਚ ਖੰਡਾ ਲੈ ਕੇ ਤੁਰ ਪਏ। ਉਸ ਬਜ਼ੁਰਗ ਬਾਬੇ ਨੇ ਅਬਦਾਲੀਆਂ ਦੇ ਝੰਡੇ ਪੁੱਟ ਦਿੱਤੇ ਤੇ ਸੀਸ ਖੱਬੀ ਤਲੀ ਤੇ ਧਰ ਕੇ ਖੰਡਾ ਵਾਇਆ। ਖਾਲਸਾ ਜੀ, ਜਦੋਂ ਵੀ ਹਰਿਮੰਦਰ ਸਾਹਿਬ ਤੇ ਕੋਈ ਅਬਦਾਲੀ ਚੜ ਕੇ ਆਇਆ, ਅਬਦਾਲੀ ਨੂੰ ਸਾਹਮਣੇ ਬਾਬਾ ਦੀਪ ਸਿੰਘ ਮੁੜ ਕੇ ਟੱਕਰ ਗਿਆ। ਉਹ ਕਿਸੇ ਰੂਪ ਵਿੱਚ ਸੀ, ਉਹ ਕਿਸੇ ਨਾਂ ਵਿੱਚ ਸੀ, ਪਰ ਕੋਈ ਅਬਦਾਲੀ ਇਹੋ ਜਿਹਾ ਨਹੀਂ ਆਇਆ ਜਿਹਨੂੰ ਬਾਬਾ ਦੀਪ ਸਿੰਘ ਟੱਕਰਿਆ ਨਾ ਹੋਵੇ। ਜੇ ਮੱਸਾ ਰੰਗੜ ਆਇਆ ਤੇ ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਉਹਨੂੰ ਟੱਕਰੇ ਨੇ। ਚੇਤਾ ਰੱਖਣਾ, ਜੇ ਮੁੜ ਕੇ ਮੱਸਾ ਰੰਗੜ ਆਇਆ ਤੇ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਉਹਨੂੰ ਵੀ ਆ ਕੇ ਟੱਕਰੇ। ਸਾਧ ਸੰਗਤ ਜੀ, ਹਰਿਮੰਦਰ ਸਾਹਿਬ ਜੀ ਦਾ ਤੇ ਇਤਿਹਾਸ ਹੀ ਹੈ ਨਾ ਕਿ ਜਿਹੜਾ ਕੈਰੀ ਅੱਖ ਕਰਕੇ ਵੇਖਦਾ ਹੈ ਉਹਨੂੰ ਬਹੁਤਾ ਲੰਮਾ ਸਮਾਂ ਜੀਵਨ ਮਿਲਦਾ ਨਹੀਂ। ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ, ਕਦੇ ਸਤਵੰਤ ਸਿੰਘ ਬੇਅੰਤ ਸਿੰਘ, ਕਦੇ ਹਰਜਿੰਦਰ ਸਿੰਘ ਤੇ ਸੁਖਦੇਵ ਸਿੰਘ, ਸਰੀਰ ਬਦਲ ਜਾਂਦੇ ਨੇ ਪਰ ਉਹਨਾਂ ਦੀਆਂ ਆਤਮਾਵਾਂ, ਉਹਨਾਂ ਦੀਆਂ ਰੂਹਾਂ ਆਣ ਮੁੜ ਕੇ ਪ੍ਰਗਟ ਹੋ ਜਾਂਦੀਆਂ। ਸਾਡੇ ਇਤਿਹਾਸ ਦੀ ਇਹ ਕਰਾਮਾਤ ਹੈ। ਇਤਿਹਾਸ ਦੇ ਵਿੱਚ ਇਹ ਸ਼ਕਤੀ ਹੈ ਕਿ ਜਿਸ ਦਿਨ ਅੰਗਰੇਜ਼ ਗੋਰੇ ਆਏ ਨੇ, ਉਹਨਾਂ ਨੇ ਇਹ ਤੇ ਕਬਜ਼ਾ ਕੀਤਾ। ਉਹਨਾਂ ਨੇ ਸਿੱਖ ਕੌਮ ਦੇ ਇਤਿਹਾਸ ਬਾਬਤ ਆਰੰਭ ਦੇ ਵਿੱਚ ਕਿਹਾ ਵੀ ਇਹ ਝੂਠ ਹੈ ਸਾਰਾ। ਅੰਗਰੇਜ਼ਾਂ ਨੇ ਮੰਨਿਆ ਨਹੀਂ ਸੀ ਸਾਡਾ ਇਤਿਹਾਸ, ਕਹਿੰਦੇ ਝੂਠਾ ਹੈ ਸਾਰਾ। 40 ਮਨੁੱਖ 10 ਲੱਖ ਦਾ ਟਾਕਰਾ ਕਿਵੇਂ ਕਰ ਸਕਦੇ ਨੇ? ਗੁਰੂ ਗੋਬਿੰਦ ਸਿੰਘ ਜੀ ਨੇ ਖੁਦ ਜਫਰਨਾਮੇ ਵਿੱਚ ਲਿਖਿਆ ਹੈ। ਜੇ ਕੋਈ ਮੇਰੇ ਵਰਗਾ ਕਵੇ ਤੇ ਕੋਈ ਸ਼ੱਕ ਕਰ ਲਵੇ, ਗੁਰੂ ਗੋਬਿੰਦ ਸਿੰਘ ਜੀ ਨੇ ਆਪ ਲਿਖਿਆ ਤੇ ਮੇਰੇ ਹਜ਼ੂਰ ਕਹਿੰਦੇ ਨੇ ਕਿ 40 ਭੁੱਖੇ ਭਾਣੇ ਮੇਰੇ ਸਿੰਘ ਕੀ ਕਰ ਸਕਦੇ ਸਨ, ਤੇਰਾ 10 ਲੱਖ ਜਦੋਂ ਚੜ ਕੇ ਆ ਗਿਆ। ਪਰ ਇਹਦੇ ਬਾਵਜੂਦ ਵੀ ਅਸੀਂ ਮੈਦਾਨੇ ਜੰਗ ਦੇ ਵਿੱਚ ਅਸੂਲਾਂ ਨੂੰ,
ਬਹਾਦਰੀ ਦੇ ਮਾਪਦੰਡਾਂ ਨੂੰ ਸਾਹਮਣੇ ਰੱਖ ਕੇ ਜੰਗ ਲੜਿਆ ਤੇ ਔਰੰਗਜ਼ੇਬ ਤੇਰੇ ਜਰਨੈਲ ਲੁਕ ਲੁਕ ਕੇ ਜਾਨਾਂ ਬਚਾ ਕੇ ਭੱਜਦੇ ਰਹੇ। ਇਹ ਜ਼ਫਰਨਾਮੇ ਵਿੱਚ ਹਜ਼ੂਰ ਨੇ ਲਿਖਿਆ। ਸਾਧ ਸੰਗਤ ਜੀ, ਫਿਰ ਮੈਂ ਬੇਨਤੀ ਕਰ ਰਿਹਾ ਕਿ ਅੰਗਰੇਜ਼ ਕਹਿਣ ਲੱਗੇ ਇਹ ਗੱਲਾਂ ਸੱਚ ਨਹੀਂ, ਪਰ ਜਦੋਂ ਸਾਰਾਗੜ੍ਹੀ ਦੀ ਜੰਗ ਹੋਈ ਨਾ, ਅਫਗਾਨਿਸਤਾਨ ਤੇ ਪਾਕਿਸਤਾਨ ਦੇ ਬਾਰਡਰ ਤੇ ਆ ਸਾਰਾਗੜ੍ਹੀ ਦੀ ਜੰਗ ਹੋਈ ਤੇ ਉੱਤੇ ਗੁਰਮੁਖ ਪਿਆਰਿਓ ਛੋਟੀ ਜੀ ਪਲਟਨ, ਉਹ 22 ਸਿੱਖ ਜਵਾਨ ਸਾਹਮਣੇ 10,000 ਪਠਾਨ ਨੇ ਅਫਗਾਨ, ਉਹਨਾਂ ਨੇ ਐਸਾ ਡਾਢਾ ਡਟ ਕੇ ਟਾਕਰਾ ਕੀਤਾ ਕਿ ਅੰਗਰੇਜ਼ਾਂ ਨੂੰ ਕਹਿਣਾ ਪਿਆ ਕਿ ਜੇ ਇਹ 10,000 ਦਾ ਟਾਕਰਾ ਕਰ ਗਏ ਤੇ ਮਾਫ ਕਰਨਾ, ਇਹਨਾਂ 22 ਦਾ ਤੇ ਉਹਨਾਂ 40 ਦਾ ਮੁਕਾਬਲਾ ਕੋਈ ਨਹੀਂ ਜੇ ਹੈਗਾ। ਉਹ 40 ਜਿਹੜੇ ਸਨ ਉਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਦੇ ਨਾਲ ਲੜ ਰਹੇ ਨੇ ਤੇ ਇਹ 22 ਭਾਵੇਂ ਗੁਰੂ ਕੇ ਸਿੱਖ ਨੇ, ਨਿਤਨੇਮ ਕਰਨ ਵਾਲੇ ਨੇ, ਬਾਣੀ ਪੜ੍ਹਨ ਵਾਲੇ ਨੇ, ਪਰ ਉਹ ਅੰਗਰੇਜ਼ ਦੀ ਤਨਖਾਹ ਦੇ ਆਸਰੇ ਲੜਨ ਵਾਲੇ ਨੇ। ਇਹਨਾਂ ਚੇਤਾ ਜ਼ਰੂਰ ਰੱਖਣਾ। ਇਹ 22 ਉਹਨਾਂ 40 ਦੇ ਚਰਨਾਂ ਦੀ ਧੂੜ ਵਰਗੇ ਵੀ ਨਹੀਂ, ਪਰ ਜਦੋਂ ਗੋਰਿਆਂ ਨੇ ਵੇਖਿਆ ਨਾ ਇਹ 22 10 ਲੱਖ ਦੇ ਨਾਲ ਲੜ ਗਏ, ਟਕਰਾ ਗਏ, ਸ਼ਹੀਦੀਆਂ ਪਾ ਗਏ, ਝੁਕੇ ਨਹੀਂ, ਡਰੇ ਨਹੀਂ, ਤੇ ਅੰਗਰੇਜ਼ਾਂ ਨੂੰ ਮੰਨਣਾ ਪਿਆ ਅਸੀਂ ਗਲਤੀ ਕਰ ਗਏ ਸਾਂ। ਜਿਹੜਾ ਚਮਕੌਰ ਦੀ ਗੜੀ ਦਾ ਇਤਿਹਾਸ ਤੁਸੀਂ ਦੱਸਦੇ ਹੋ, ਜੇ ਉਹ ਇਤਿਹਾਸ ਨਾ ਹੁੰਦਾ ਤੇ ਇਹਨਾਂ 22 ਨੇ ਸਾਰਾਗੜ੍ਹੀ ਦੀ ਜੰਗ ਨਹੀਂ ਸੀ ਲੜਨੀ, ਫਿਰ ਇਹਨਾਂ ਨੇ ਭਗੌੜੇ ਹੋ ਜਾਣਾ ਸੀ। ਇਸੇ ਤਰ੍ਹਾਂ ਇੱਕ ਅੰਗਰੇਜ਼ ਆਇਆ ਜੀ ਸ੍ਰੀ ਅੰਮ੍ਰਿਤਸਰ ਸਾਹਿਬ, ਇਹਨੇ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੀ ਤਸਵੀਰ ਵੇਖੀ। ਅਮਰੀਕਾ ਦਾ ਸੀ, ਮਾਫ ਕਰਨਾ ਅੰਗਰੇਜ਼ ਇੰਗਲੈਂਡ ਵਾਲਿਆਂ ਨੂੰ ਕਹਿੰਦੇ, ਅਮਰੀਕਨ ਸੀ, ਗੋਰਾ। ਇਹਨੇ ਭਾਈ ਤਾਰੂ ਸਿੰਘ ਜੀ ਦੀ ਫੋਟੋ ਵੇਖੀ ਤੇ ਹੱਸ ਪਿਆ। ਇਹਦੇ ਨਾਲ ਇੱਕ ਪੰਜਾਬੀ ਗਾਈਡ ਸੀ ਇਹਦਾ, ਉਹਨੇ ਪੁੱਛਿਆ ਸਾਹਿਬ ਬਹਾਦਰ ਕੀ ਗੱਲ ਹੱਸਦੇ ਕਿਉਂ? ਕਹਿਣ ਲੱਗਾ ਮੈਂ ਹੱਸਦਾ ਕਿ ਦੁਨੀਆ ਭਰ ਦੇ ਵਿੱਚ ਲੋਕ ਝੂਠੀਆਂ ਕਹਾਣੀਆਂ ਬਣਾਉਂਦੇ ਨੇ, ਸੁਣਾਉਂਦੇ ਨੇ, ਮੈਨੂੰ ਸਿੱਖਾਂ ਤੋਂ ਆਸ ਨਹੀਂ ਸੀ, ਪਰ ਤਸਵੀਰ ਵੇਖ ਕੇ ਮੈਂ ਕਹਿਣਾ ਕਿ ਵੇਖੋ ਇਹਨਾਂ ਸਿੱਖਾਂ ਨੇ ਵੀ ਝੂਠੀਆਂ ਕਹਾਣੀਆਂ ਬਣਾ ਲਈਆਂ। ਇਹ ਝੂਠੀ ਕਿਵੇਂ ਜੀ? ਕਹਿਣ ਲੱਗਾ ਮੈਂ ਮੰਨਦਾ ਕਿ ਬੰਦਾ ਖੋਪਰੀ ਲਵਾ ਸਕਦਾ ਹੈ, ਮੈਂ ਮੰਨਦਾ, ਪਰ ਐਦਾਂ ਮੁਸਕਰਾ ਨਹੀਂ ਸਕਦਾ, ਰੋਏਗਾ ਜ਼ਰੂਰ। ਉਹ ਕਹਿੰਦਾ ਮੈਂ ਮੰਨਦਾ ਕਿ ਬੰਦਾ ਬੰਦ ਕਟਵਾ ਸਕਦਾ ਹੈ, ਪਰ ਤਸਵੀਰ ਵੱਲ ਗੌਰ ਨਾਲ ਵੇਖਿਓ, ਭਾਈ ਮਨੀ ਸਿੰਘ ਸਾਹਿਬ ਜੀ ਦੀ ਤਸਵੀਰ ਵੱਲ। ਭਾਈ ਮਨੀ ਸਿੰਘ ਜੀ ਜੱਲਾਦ ਨੂੰ ਝਿੜਕਦੇ ਪਏ ਨੇ ਤੇ ਜੱਲਾਦ ਅੱਗੋਂ ਘਬਰਾਇਆ ਹੋਇਆ ਹੈ। ਤਸਵੀਰ ਨੂੰ ਕਿਤੇ ਧਿਆਨ ਨਾਲ ਵੇਖਿਓ, ਉਹ ਤਸਵੀਰ ਬੜਾ ਕੁਝ ਕਹਿੰਦੀ ਹੈ। ਭਾਈ ਮਨੀ ਸਿੰਘ ਜੀ ਜੱਲਾਦ ਨੂੰ ਝਿੜਕਦੇ ਪਏ ਨੇ। ਝਿੜਕਦੇ ਕਿਉਂ ਨੇ? ਜੱਲਾਦ ਗੁੱਟ ਤੇ ਲੱਗਾ ਸੀ ਰੱਖਣ ਟੋਕਾ, ਤੇ ਭਾਈ ਸਾਹਿਬ ਜੀ ਕਹਿੰਦੇ ਰੁਕ ਜਾ ਓਏ, ਤੇਰੇ ਮਾਲਕ ਨੇ ਤੈਨੂੰ ਹੁਕਮ ਕੀ ਦਿੱਤਾ ਹੈ? ਬੰਦ ਕੱਟਣਾ। ਕਹਿਣ ਲੱਗੇ ਵੀ ਬੰਦ ਗੁੱਟ ਤੋਂ ਨਹੀਂ ਸ਼ੁਰੂ ਹੁੰਦਾ, ਪੋਟਿਆਂ ਤੋਂ ਸ਼ੁਰੂ ਹੁੰਦਾ, ਪੋਟਿਆਂ ਤੋਂ ਕੱਟ ਜੋ ਤੇਰੇ ਮਾਲਕ ਨੇ ਕਿਹਾ। ਇਸ ਸੂਰਮਤਾਈ ਨੂੰ ਵੇਖ ਕੇ ਉਰਦੂ ਦਾ ਇੱਕ ਸ਼ਾਇਰ ਲਿਖਦਾ ਹੈ, ਇੱਕ ਬੰਨੇ ਬਾਦਸ਼ਾਹ ਮੁਗਲ, ਉਹ ਰੋਜ਼ ਸੋਚਦੇ ਨੇ, ਸੂਬੇਦਾਰ ਸੋਚਦੇ ਨੇ ਜ਼ਾਲਮ, ਇਹਨਾਂ ਨੂੰ ਨਵੇਂ ਤਸੀਹੇ, ਨਵਾਂ ਜ਼ੁਲਮ ਕਿਹੜਾ ਕਰੀਏ ਵੀ ਇਹ ਰੋ ਪੈਣ, ਇਹ ਝੁਕ ਜਾਣ, ਇਹਨਾਂ ਦੇ ਮੂੰਹੋਂ ਹਾਏ ਨਿਕਲ ਜਾਵੇ। ਤੇ ਇਧਰ ਗੁਰੂ ਕੇ ਯੋਧੇ ਜਦੋਂ ਸੁਣਦੇ ਨੇ ਨਾ ਵੀ ਇੱਕ ਨਵੀਂ ਕਿਸਮ ਦਾ ਤਰੀਕਾ ਕੱਢਿਆ ਗਿਆ ਹੈ ਕਤਲ ਕਰਨ ਦਾ, ਤੇ ਚਾਅ ਚੜ ਜਾਂਦਾ, ਕਹਿੰਦੇ ਹੁਣ ਹੋਰ ਨਜ਼ਾਰਾ ਆਵੇਗਾ। ਉਹ ਕਹਿੰਦਾ ਉਹਨੇ ਜੇ ਫਿਕਰ ਹੈ ਹਰਦਮ ਕਿ ਨया ਤਰਜ਼ੇ ਜ਼ਫਾ ਕਿਆ ਹੈ, ਨया ਤਰਜ਼ੇ ਜ਼ਫਾ। ਤਰਜ਼ੇ ਜ਼ਫਾ ਦਾ ਮਤਲਬ ਹੈ ਕਤਲ ਦਾ ਨਵਾਂ ਤਰੀਕਾ, ਤਸੀਹੇ ਦੇਣ ਦਾ ਨਵਾਂ ਤਰੀਕਾ। ਉਹਨੇ ਜੇ ਫਿਕਰ ਹੈ ਹਰਦਮ कि नया तर्ज़े ज़फ़ा क्या है, हमें ये शौक़ है देखें जुल्म की इंतहा क्या है। धन ने वो कमाई वाले, वो तस्वीर वेख के गोरा कहंदा भी मरन वाला चेहरे दे उत्ते किन्ना रोब लैके बैठा है, ते मारन वाला डरिया घबराया पिया है। वो कहंदा नहीं काम उल्टा होना चाहिए, मारन वाला तो दबके मारदा होवे भी चल बाबा हथ अगे कर, ते मरन वाला जिहड़ा है वो हथ जोड़ जोड़ के कहे भी मैनू घट तसीहे दे। वो कहंदा ते गल ही उल्टी हुई पई। वो पंजाबी उहदा नौकर सी बेचारा,
ਉਹ ਮਾਲਕ ਨੂੰ ਕੀ ਕਹਿ ਸਕਦਾ ਸੀ? ਉਹਨੇ ਕੁਝ ਨਾ ਕਿਹਾ। ਅਗਲੇ ਦਿਨ ਇਸ ਅੰਗਰੇਜ਼ ਨੇ, ਜਿਹੜਾ ਪਾਦਰੀ ਵੀ ਸੀ ਤੇ ਜਿਹੜਾ ਇੱਕ ਅਖਬਾਰ ਨਵੀਸ ਪੱਤਰਕਾਰ ਵੀ ਸੀ, ਉਹਨਾਂ ਜ਼ਮਾਨਿਆਂ ਦੇ ਵਿੱਚ ਕੈਮਰੇ ਹੁੰਦੇ ਸਨ ਬੜੇ ਬੜੇ ਵੱਡੇ, ਬੜੇ ਬੜੇ ਤਗੜੇ। ਉਹ ਕੈਮਰਾ ਜਿਹੜਾ ਹੈ ਉਹ ਬੜਾ ਔਖਾ ਸੀ ਸਾਂਭਣਾ, ਚਲਾਉਣਾ, ਤੇ ਉਹ ਗੋਰਾ ਕੈਮਰਾ ਲੈ ਕੇ ਆਇਆ ਸੀ। ਸਾਧ ਸੰਗਤ ਜੀ, ਉਹ ਕੈਮਰਾ ਲੈ ਕੇ ਪਹੁੰਚਿਆ ਗੁਰੂ ਕਾ ਬਾਗ, ਅੰਮ੍ਰਿਤਸਰ ਸਾਹਿਬ ਜੀ ਤੋਂ ਇਧਰ ਲਹਿੰਦੇ ਨੂੰ ਗੁਰੂ ਕਾ ਬਾਗ। ਮੋਰਚਾ ਚੱਲ ਰਿਹਾ ਸੀ ਗੁਰੂ ਕੇ ਬਾਗ ਦਾ, ਤੇ ਇਹਨੇ ਕਵਰੇਜ ਕਰਨੀ ਸੀ ਤੇ ਫੋਟੋ ਖਿੱਚਣੀ ਸੀ। ਉਹਨਾਂ ਜ਼ਮਾਨਿਆਂ 'ਚ ਅਮਰੀਕਾ ਤੇ ਇੰਗਲੈਂਡ ਦੀ ਬਣਦੀ ਨਹੀਂ ਸੀ ਹੁੰਦੀ। ਅਮਰੀਕਾ ਵਾਲੇ ਇੰਗਲੈਂਡ ਦੇ ਵਿਰੁੱਧ ਲਿਖਦੇ ਹੁੰਦੇ ਸਨ, ਤੇ ਅਮਰੀਕਾ ਇਸ ਤਰ੍ਹਾਂ ਦੀਆਂ ਅਖਬਾਰਾਂ ਦੇ ਵਿੱਚ ਖਬਰਾਂ ਛਾਪਦਾ ਸੀ ਵੀ ਜਿਹੜੇ ਅੰਗਰੇਜ਼ ਨੇ ਨਾ, ਇਹ ਭਾਰਤ ਦੇ ਵਿੱਚ ਚੰਗਾ ਰਾਜ ਨਹੀਂ ਕਰ ਰਹੇ, ਇਹ ਜ਼ੁਲਮ ਕਰ ਰਹੇ ਨੇ। ਇਹ ਉਹਨਾਂ ਜ਼ਮਾਨਿਆਂ 'ਚ ਇਹ ਚੱਲ ਰਿਹਾ, ਸਰਕਾਰੀ ਤੌਰ ਤੇ ਨਹੀਂ, ਗੈਰ ਸਰਕਾਰੀ ਤੌਰ ਤੇ ਅਖਬਾਰਾਂ ਵਾਲੇ ਇਦਾਂ ਲਿਖਦੇ ਸਨ। ਇਸ ਗੋਰੇ ਨੇ ਇਹ ਸੁਣਿਆ ਸੀ ਇੱਥੇ ਐਜੀਟੇਸ਼ਨ ਹੋਣੀ ਹੈ ਤੇ ਅੰਗਰੇਜ਼ ਪੁਲਿਸ ਨੇ ਬਹੁਤ ਮਾਰ ਕੁੱਟ ਕਰਨੀ ਹੈ। ਸਾਧ ਸੰਗਤ ਜੀ, ਇਹਨੇ ਕੈਮਰਾ ਫਿੱਟ ਕਰ ਲਿਆ, ਬਹਿ ਗਿਆ, ਵੇਖਣ ਲੱਗ ਪਿਆ। ਸਾਹਮਣੇ 100 ਸਿੰਘਾਂ ਦਾ ਜਥਾ ਆਇਆ, ਜਿਹੜੇ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਤੁਰੇ ਸਨ ਕਿ ਅਸੀਂ ਸ਼ਾਂਤਮਈ ਗੁਰਦੁਆਰਾ ਗੁਰੂ ਕਾ ਬਾਗ ਜਾ ਕੇ ਤੇ ਉਹ ਤੋਂ ਸੁੱਕਾ ਬਾਲਣ ਇਕੱਠਾ ਕਰਕੇ ਲੰਗਰ ਪਕਾਉਣਾ ਹੈ। ਅੰਗਰੇਜ਼ ਕਹਿੰਦੇ ਸਨ ਗੁਰਦੁਆਰਾ ਤਾਂ ਤੁਹਾਨੂੰ ਦੇ ਦਿੰਨੇ ਆ, ਪਰ ਜਿਹੜੀ ਗੁਰਦੁਆਰੇ ਦੀ ਜ਼ਮੀਨ ਹੈ ਇਹ ਤੁਹਾਡੀ ਨਹੀਂ, ਇਹ ਮਹੰਤ ਸੁੰਦਰਦਾਸ ਦੀ ਹੈ। ਸਿੰਘ ਕਹਿੰਦੇ ਨੇ ਜਦੋਂ ਗੁਰਦੁਆਰੇ ਦੀ ਜ਼ਮੀਨ ਹੈ ਤੇ ਇਹ ਮਹੰਤ ਦੀ ਕਿੱਦਾਂ ਹੋ ਗਈ? ਇਹ ਤੇ ਗੁਰਦੁਆਰੇ ਦੀ ਹੈ। ਉਹਨਾਂ ਨੇ ਕਿਹਾ ਨਹੀਂ, ਜ਼ਮੀਨ ਮਹੰਤ ਦੀ। ਸਿੰਘਾਂ ਨੇ ਮੋਰਚਾ ਲਾ ਦਿੱਤਾ ਕਿ ਅਸੀਂ ਜਾ ਕੇ, ਉਹ ਬਾਲਣ ਨਹੀਂ ਸਨ ਵੱਢਣ ਦਿੰਦੇ, ਅਸੀਂ ਜਾ ਕੇ ਬਾਲਣ ਵੱਢ ਕੇ ਲੰਗਰ ਪਕਾਉਣਾ। ਗੱਲ ਇੰਨੀ ਸੀ ਨਾ, ਬਾਲਣ ਵੱਢ ਕੇ ਲੰਗਰ ਪਕਾਉਣਾ। ਅੰਗਰੇਜ਼ ਨੇ ਅੱਗੇ ਪੁਲਿਸ ਲਾ ਦਿੱਤੀ, ਘੋੜ ਚੜੀ ਪੁਲਿਸ, ਹੱਥ ਵਿੱਚ ਲੰਮੀਆਂ ਲੰਮੀਆਂ ਬੈਂਤ ਦੀਆਂ ਡਾਂਗਾਂ। ਉੱਤੇ ਮਿਸਟਰ ਬੀਟੀ ਨਾਮ ਦਾ ਬੜਾ ਜ਼ਾਲਮ ਅਫਸਰ ਸੀ। ਇਹਨੇ ਸਾਧ ਸੰਗਤ ਜੀ ਹੁਕਮ ਦਿੱਤਾ, ਇਹਨਾਂ ਨੂੰ ਛੱਲੀਆਂ ਵਾਂਗੂ ਕੁੱਟੋ ਤੇ ਉਹਨਾਂ ਚਿਰ ਕੁੱਟੀ ਜਾਓ ਜਿੰਨਾ ਚਿਰ ਇਹ ਸਾਰੇ ਜ਼ਖਮੀ ਹੋ ਕੇ ਡਿੱਗ ਨਹੀਂ ਪੈਂਦੇ ਜ਼ਮੀਨ ਤੇ। ਤੇ ਸਿੰਘਾਂ ਨੇ ਕਿਹਾ ਜਿੰਨਾ ਚਿਰ ਆਪਣੇ ਵਿੱਚੋਂ ਇੱਕ ਦੇ ਵੀ ਪੈਰ ਭਾਰ ਝੱਲਦੇ ਨੇ ਆਪਣਾ, ਆਪਾਂ ਪਿੱਛੇ ਨਹੀਂ ਮੁੜਨਾ, ਆਪਾਂ ਅੱਗੇ ਵਧਣਾ ਹੈ। ਇੱਧਰ ਸਤਿ ਸ੍ਰੀ ਅਕਾਲ ਦੇ ਜਕਾਰੇ ਤੇ ਸਤਨਾਮ ਵਾਹਿਗੁਰੂ, ਉਧਰ ਲਾਠੀ ਚਾਰਜ ਦਾ ਹੁਕਮ ਹੋਇਆ, ਡਾਂਗ ਵਰਨੀ ਸ਼ੁਰੂ ਹੋ ਗਈ। ਅੰਗਰੇਜ਼ ਗੋਰੇ ਨੇ ਫੋਟੋ ਖਿੱਚ ਲਈ ਤੇ ਵੇਖਣ ਲੱਗ ਪਿਆ, ਸੋਚਦਾ ਸੀ ਹੁਣ ਡਾਂਗਾ ਡੂੰਗਾ ਖਾ ਕੇ ਰੋਂਦੇ ਪਿੱਟਦੇ ਪਿਛਾਂ ਮੋੜ ਆਉਣਗੇ, ਮੁੜ ਕੇ ਮੁਰਦਾਬਾਦ ਮੁਰਦਾਬਾਦ ਕਰਨ ਲੱਗ ਪੈਣਗੇ। ਇਦਾਂ ਹੀ ਐਜੀਟੇਸ਼ਨ ਹੁੰਦੀਆਂ ਨੇ ਨਾ ਸਾਰੀਆਂ। ਉਹ ਹੈਰਾਨ ਹੋ ਗਿਆ। ਇੱਕ ਬਹੁਤ ਵੱਡਾ ਸਿੰਘ ਸੀ, ਭਲਵਾਨ ਸੀ, ਉਹ ਵੀ ਜਥੇ 'ਚ ਆਇਆ ਸੀ। 6.5 ਫੁੱਟ ਜਵਾਨ ਤੇ ਏਡਾ ਤਗੜਾ ਸਰੀਰ ਵੀ 5-7 ਬੰਦੇ ਵੀ ਉਹਨੂੰ ਪਕੜ ਨਹੀਂ ਸਨ ਸਕਦੇ। ਜਦੋਂ ਉਹਨੂੰ 2 ਗੋਰੇ ਕੁੱਟਣ ਲੱਗ ਪਏ ਨਾ, ਘੋੜਿਆਂ ਤੇ ਚੜੇ, ਤੇ ਉਹ ਮੁਸਕਰਾ ਕੇ ਕਹਿਣ ਲੱਗਾ, ਅਕਾਲ ਤਖਤ ਸਾਹਿਬ ਦੇ ਹੁਕਮ ਨੇ ਮੇਰੀਆਂ ਬਾਹਾਂ ਬੰਨੀਆਂ ਨੇ ਤੇ ਤੁਹਾਡੇ ਵਰਗੇ 5-6 ਨੂੰ ਤੇ ਮੈਂ ਕੱਛੇ ਮਾਰ ਕੇ ਲੈ ਜਾਣਾ ਸੀ, ਤੁਸੀਂ ਮੇਰਾ ਕੀ ਕਰ ਸਕਦੇ ਸੀ? ਕੁੱਟ ਖਾ ਖਾ ਕੇ ਸੂਰਮੇ ਬੇਹਾਲ ਹੋ ਕੇ ਡਿੱਗ ਪੈ ਜੀ। ਆਖਰ ਜਦੋਂ ਡਿੱਗ ਪਏ, ਉਸ ਗੋਰੇ ਨੇ, ਅਮਰੀਕਨ ਨੇ ਸੋਚਿਆ ਵੀ ਹੁਣ ਤਾਂ ਕਹਾਣੀ ਖਤਮ ਹੋ ਗਈ ਹੈ। ਤਾਂ ਉਹ ਤੋਂ ਅੱਗੇ ਜ਼ੁਲਮ ਕੀ ਹੋਇਆ, ਉਸ ਗੋਰੇ ਬੀਟੀ ਨੇ ਹੁਕਮ ਦਿੱਤਾ, ਘੋੜਿਆਂ ਨੂੰ ਦੌੜਾ ਕੇ ਇਹਨਾਂ ਦੇ ਉੱਤੋਂ ਦੀ ਲੰਘਾਓ। ਜਦੋਂ ਖਾਲਸਾ ਜੀ ਘੋੜੇ ਦੌੜਾ ਕੇ ਉੱਤੋਂ ਦੀ ਲੰਘਾਏ ਗਏ ਨਾ, ਕਿਸੇ ਦੇ ਮੂੰਹੋਂ ਹਾਏ ਨਹੀਂ ਨਿਕਲੀ, ਚੀਕ ਨਹੀਂ ਨਿਕਲੀ। ਜਿਹਦੇ ਸੁੰਮ ਵੱਜਦਾ ਸੀ ਘੋੜੇ ਦਾ, ਜਾਨ ਨਿਕਲ ਜਾਂਦੀ ਹੈ ਉਹਦੇ ਮੂੰਹੋਂ। ਜੇ ਤਾਂ ਉਹਦੇ 'ਚ ਜਾਨ ਬਾਕੀ ਹੈ ਤੇ ਉੱਚੀ ਸਤਿ ਸ੍ਰੀ ਅਕਾਲ ਦਾ ਜਕਾਰਾ ਲਾਵੇ, ਤੇ ਜੇ ਬੇਦਲ ਹੋ ਗਿਆ ਤੇ ਉਹਦੇ ਬੇਦਲ ਹੋਏ ਦੇ ਮੂੰਹੋਂ ਵੀ ਸਤਨਾਮ ਵਾਹਿਗੁਰੂ ਨਿਕਲੇ। ਤੇ ਜਦੋਂ ਉਹਨੇ ਆਪਣੇ ਦੇਸ਼ ਦੇ ਵਿੱਚ ਤਾਰ ਕੀਤੀ, ਉਹ ਤੇ ਜਦੋਂ ਖਬਰ ਭੇਜੀ ਤੇ ਉਹਨੇ ਅਖਬਾਰ ਦੇ ਵਿੱਚ ਇਹ ਹੈਡਿੰਗ ਲਾਇਆ ਸੀ, ਮੈਂ ਆਪਣੀਆਂ ਅੱਖਾਂ ਅੱਗੇ 100 ਈਸਾ ਸੂਲੀ ਚੜ੍ਹਦੇ ਵੇਖੇ। ਈਸਾ ਮਸੀਹ ਨੂੰ ਮੰਨਦਾ ਸੀ ਨਾ ਉਹ ਕਹਿੰਦਾ, ਲੋਕੋ
मैं प्रचार करदा दुनिया विच एक ईसा मसीह सूली ते चढ़ गया। वो कहंदा मैं अपनियां अखां नाल 100 ईसा मसीह सूली ते चढ़दे होए वेखे ने। वो अगले दिन मुड़ के आया ते उसे जगह ते अपने नौकर नूं नाल लेके तस्वीरां वल उन्हें हाथ जोड़ के नमस्कार कीती। कहंदा कल तक मैं समझदा सा तस्वीरां झूठियां ने, जो कुछ मैं पिछे वेख के आया अज मैनू यकीन हो गया ये तस्वीरां 100% सच्चियां ने। साध संगत अज साडे विच ओ टोले सरगर्म होए फिरदे ने जेड़े इतिहास ते लकीरां मारदे ने। वो विदेशी गोरे आके कहंदे ने सिखो तुहाडा इतिहास सच है, ते अज साडे विच कुछ मूर्ख उठ के कहंदे ने जी इतिहास तां परे रख लै, बंदे दा लिखिआ। ये बंदे दा लिखिआ नहीं, शहीदां सिंघां दे खून दा लिखिआ होया है। ये शहीदां ने अपने खून नाल लिखिआ है इतिहास। ते मैं बेनती करां जदों आपां इतिहास विच पढ़दे आ ना, धन गुरु कलगीधर जी दे सामने आए बाबा अजीत सिंह साहब जी ते सामने आके हाथ जोड़ के कहा सच्चे पातशाह मैनू आग्या दिओ, मैदाने जंग विच जाके जूझां शहीदी पावां। मेरे हजूर ने पंथ नूं एक बख्शिश कीती सी, खालसे पंथ नूं। ओ बख्शिश की कहण लगे अजीत सिंह जी आवाज़ नहीं मारनी पई, अपने आप आए ते तुहाडी इस महान कुर्बानी दे सदका खालसे पंथ नूं ये वर दिता कि जिद्दन भी लोड़ पवेगी वाजा नहीं मारनियां पैणगियां, नौजवान आप तली ते धर धर के सीस नित्र पिया करनगे। आपां वेखिआ ना पिछले साल एजीटेशन होई, खालसा जी कौन कहिंदा सी ये सरकार भी झुक जावेगी, पर जदों झुकाउण वालियां ने सीस तली ते धर लै ते वड्डे तो वड्डे जालमां नूं भी झुकना पै गया, गोडे टेकने पै गए। ये वो जज्बा है जिहड़ा गुरु गोबिंद सिंह जी ने इस पंथ दे अंदर इस कौम दे अंदर भर दिता है, जो इस मिट्टी दे विच पा दिता है। धन गुरु गोबिंद सिंह जी 4 साहिबजादे शहीद होए। जिन्नियां मावां बैठियां हो, तुसीं बच्चियां दियां मावां हो, तुहाडे हत्थ विच देश दा पंथ दा कौम दा भविख है। मेरे वीरो कोई मेरे तो उम्र विच वड्डा कोई छोटा, कोई केसां दी बेदबी करन वाले भावें क्यों ना होवे, आ गल जरूर अपने दिल ते लाइए। धन श्री गुरु गोबिंद सिंह साहब महाराज सच्चे पातशाह जी दे कोल दमदमा साहब जी दी पावन धरती आप जी दे नगर दे विच आउणा सी, सतगुरां दी किरपा हो गई। दमदमा साहब जी विखे दर्शन करन आए सां ते हुक्म होया अमृत वेले उत्ते कथा दी हाजरी भरन दा भी सुभाग मिलिया। उस पावन अस्थान ते गुरु गोबिंद सिंह महाराज जी जिते तख्त साहब है ना, इत्थे मेरे हजूर विराजमान ने। माता जी आ गए ने, माता सुंदर कौर जी, माता साहिब कौर जी। हुण ये भुलेखा ना रवे भी उन्होंने शायद पता नहीं सी जां उन्हां तों गल लुको लई सी, ना ना ना, उन्होंने चंगी तरह पता है सारी गल दा की कुछ वरतिया, पर उलामा देण दा तरीका है। तुसीं सियाणे बैठे हो, कईयां नूं वधाई देनी भी नहीं आउंदी हुंदी, कईयां नूं उलामा देना भी आउंदा हुंदा। कोई वधाई भी इदां दी दिंदा है कि अगले दा सीना साड़ के रख दिंदा वधाई देण लगा भी, ते कोई उलामा भी इदां दा दिंदा भी सामने वाला उहदे तो कुर्बान हो जाए। माता जी ने उलामा दिता है ते शब्द जेड़े कहे कि सतगुरु मेरे लाल नजर नहीं आउंदे, दा मतलब पता की सी, किथे गवाए हो मेरे लाल, किथे शहीद करवाए हो मेरे पुत्र। मेरे हजूर ने मुस्कुरा के बड़े माण दे नाल फखर दे नाल साडे वल बांह उलारी, संगत वल। साडे वल मैं तां कहा भी संगत संगत ही हुंदी है, संगत वल बांह उलारी ते आख्या इन पुत्रन के सीस पर वार दिए सुत चार, चार मुए तो क्या पया जीवत कई हजार।
ਇਹ ਕੇਵਲ ਇੱਥੇ ਨਹੀਂ ਕਹੀ ਗੱਲ, ਜਫਰਨਾਮੇ ਦੇ ਵਿੱਚ ਪੜੋ। औरंगजेब ਨੂੰ चिट्ठी लिखी, जफरनामा जित दी चिट्ठी। आख्या औरंगजेब तेरे सूबेदारां ने मेरे पुत्रां नूं चमकौर दी गढ़ी दे विच जदों शहीद हो गए, उन्हां दे शरीर, उन्हां दीयां लाशां ओदी बेअदबी करन वास्ते मैदान दे विच रख दित्तियां ते तेरे सूबेदार ने कहा सी जबरदस्त खान कि मैं पंजाब दे विचों बगावत दियां चंगियाड़ियां बुझा दित्तियां ने। फिर ध्यान नाल समझिए, वो कहंदा बगावत दियां चंगियाड़ियां बुझा दित्तियां ने। चंगियाड़ियां किनू कहा? साहिबजादियां ने, भी मैं गुरु दे पुत्र मार दिते ने, बगावत दियां चंगियाड़ियां बुझा दित्तियां। कलगीधर जी कहन लगे चंगियाड़ियां बुझाउण वालिया, तू चंगियाड़ियां बुझा के खुश ना होई, मेरा खालसा पंथ भांबड़ बन के तेरी सल्तनत नूं साड़ के सवाह कर देगा। चे मर्दी के अखगर खामोशा कुनी के आतिश दोमारा फरोजा कुनी। चंगियाड़ियां बुझाउण वालिया, मेरा खालसा पंथ भांबड़ है। किन्ना मान कीता अपने पंथ ते। आख्या मेरे पुत्र चंगियाड़ियां सन, मेरा पंथ भांबड़ है। फिर तेरे सूबेदार वजीर खान ने आख्या कि ये जिहड़ा सुच्चा नंद सी पापी, उन्हें कहा ये सप्पां दे पुत ने, सपोलीए ने। बाबा जोरावर सिंह जी, बाबा फतेह सिंह जी ये सपोलीए ने। कलगीधर जी कहन लगे तू मेरे पुत्रां नूं सपोलीए कहा, तेरे करिंदियां ने ठीक है, मेरे पुत्र सपोलीए सही, तू मेरे छोटे साहिबजादियां नूं सपोलीए समझ के शहीद किया। ओए छोटे छोटे बच्चियां नूं जुल्म करके शहीद करन वालिया, सपोलीए कहण वालिया, मेरा खालसा कौडियां वाला नाग बन के तेनू डसन वास्ते तैयार बैठा है। वेखो मेरे हजूर दे बचन, कहन लगे चेहा शुद्ध के चूं बचगा कुश्ताचार के बाकी बमादस्त पेचीदा मार। कहन लगे मेरा खालसा एक कौडियां वाला नाग है। जदों ये गल्लां सुनदे हां ते अंदर नूं कुछ महसूस नहीं हुंदा। धन गुरु गोबिंद सिंह जी, तुसीं सानू अपने साहिबजादियां तो भी वड्डे आखिया। धन गुरु गोबिंद सिंह जी, तुहाडे कोल किसे ने आके कहा, पहले पातशाह जी दे वेले तो ही थोड़ा जिहा दर्शन कर लो। भाई मरदाना जी, किसी ने पूछया सतगुरु तुहाडा नौकर, ये तुहाडा नफर, ये तुहाडा डूम। महाराज गुरु नानक देव जी कहन लगे बिल्कुल इदा नहीं कहना, ना ये मेरा नौकर है, ना ये मेरा नफर ते डूम है। फिर महाराज ये तुहाडा की लगदा है? धन गुरु नानक देव गरीब निवाज। गरीब निवाज का मतलब की हुंदा? गरीबां नूं नवाजण वाला। अजकल वर्गा नहीं, वोटां आ गईयां ने ते गरीब दे घर जाके उहदा न्याणा खिडाउण लग पईए। उदों वोटां नहीं सन पैंदियां, तलवार दा राज है। गरीब निवाज गुरु ने आख्या ये जिन्हों नौकर कहिंदे हो, जिन्हों तुसीं कहिंदे हो डूम है, मरासी है, कहन लगे ये मेरा भाई है। अज आपां शब्द वरतदे हैं ना, भाई फलाना सिंह जी। भाई का की मतलब है? धन श्री गुरु नानक देव जी ने आख्या ये मेरा भाई है। भाई का मतलब है भी ये मेरा भरा लगता है, अपने बराबर ही बिठा लिया। मुसलमान शायर योगी अल्लाह यार खान रहमानी ये गल्लां कहण बदले उन्होंने इस्लाम वालियां ने खारज भी कर दिता सी, पर उन्हें फिर भी किया, कहने लगा हाशा किसी मुर्शद में ये इशार नहीं है, किसी पीर में ये प्यार जिनहार नहीं है। उल्फत के ये जज्बे, उल्फत कहते मोहब्बत प्यार, उल्फत के ये जज्बे नहीं देखे कहीं हमने, है देखना एक बात सुने भी नहीं हमने। इन्ना प्यार किते नहीं वेखिया। गुरु गोबिंद सिंह जी दे कोल पहाड़ी राजे आ गए। पहाड़ी राजियां ने सतगुरु जी का जोर, सतगुरां दी ताकत वेख लई हुई है। भंगाणी दे मैदान विच भी वेख लई है ते नदौण दे मैदान विच भी वेख लई है। हुण पहाड़ी राजे गुरु गोबिंद सिंह जी की खबर सुन चुके ने कि गुरु गोबिंद सिंह जी ने
तलवार दी धार ते सिੱਖੀ ਨੂੰ ਪਰਖਿਆ, ਪੰਜਾਂ ਸਿੱਖਾਂ ਦੇ ਸਿਰ ਲਏ, ਉਹਨਾਂ ਨੂੰ ਨਵਾਂ ਜੀਵਨ ਬਖਸ਼ਿਆ ਤੇ ਨਵਾਂ ਪੰਥ ਉਜਾਗਰ ਕੀਤਾ, ਜਿਹਦਾ ਨਾਮ ਰੱਖਿਆ ਹੈ ਖਾਲਸਾ ਪੰਥ। ਪੰਥ ਸਜਾਇਆ ਹੈ ਤੇ ਇਹਦੇ ਵਿੱਚ ਆਪਣੀ ਸਾਰੀ ਤਾਕਤ, ਸਾਰੀ ਸ਼ਕਤੀ ਗੁਰੂ ਨੇ ਰੱਖ ਦਿੱਤੀ ਹੈ। ਇਹਨਾਂ ਨੇ ਸੋਚਿਆ ਕਿ ਜੇ ਆਪਾਂ ਵੀ ਖਾਲਸੇ ਪੰਥ ਦੇ ਨਾਲ ਜੁੜ ਜਾਈਏ, ਅਸੀਂ ਬੜੀ ਤਾਕਤ ਦੇ ਮਾਲਕ ਬਣ ਜਾਵਾਂਗੇ ਤੇ ਔਰੰਗਜ਼ੇਬ ਦੀ ਗੁਲਾਮੀ ਗਲੋਂ ਲਾਹ ਕੇ ਸੁੱਟ ਦੇਵਾਂਗੇ, ਸਾਨੂੰ ਮਾਮਲੇ ਨਾ ਤਾਰਨੇ ਪੈਣਗੇ। ਇਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਇੱਕ ਖੱਤ ਲਿਖ ਕੇ ਭੇਜਿਆ ਜੀ। ਇਹ ਖੱਤ ਬੜਾ ਮਹੱਤਵਪੂਰਨ ਸੀ। ਅੱਜ ਵੀ ਕਈ ਇਹ ਸਵਾਲ ਇਤਿਹਾਸ ਦੇ ਵਿੱਚ ਆਉਂਦਾ ਹੈ। ਕਈ ਸੱਜਣ ਪੁੱਛਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਰਾਜਪੂਤ ਰਾਜਿਆਂ ਦੇ ਨਾਲ ਮਿਲ ਕੇ ਮੁਗਲਾਂ ਦੇ ਵਿਰੁੱਧ ਕਿਉਂ ਨਹੀਂ ਜੰਗ ਲੜੀ। ਇਹ ਇਤਿਹਾਸ ਕਈਆਂ ਦੇ ਮਨ 'ਚ ਆਉਂਦਾ ਹੈ ਨਾ। ਇਹ ਵੀ ਕਈ ਕਹਿੰਦੇ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਜੇ ਦੱਖਣ ਵੱਲ ਚਲੇ ਗਏ ਸਨ ਤੇ ਉਤੋਂ ਦੇ ਮਰਹਟਿਆਂ ਨੂੰ ਆਪਣੇ ਨਾਲ ਮਿਲਾ ਕੇ ਮੁਗਲਾਂ ਦੇ ਵਿਰੁੱਧ ਜੰਗ ਕਰਦੇ, ਕਿਉਂ ਨਹੀਂ ਜੰਗ ਕੀਤੀ, ਉਹਨਾਂ ਨੂੰ ਨਾਲ ਕਿਉਂ ਨਹੀਂ ਲਿਆ। ਉਹਦਾ ਕਾਰਨ ਵੀ ਹੁਣ ਪਤਾ ਲੱਗ ਜਾਏਗਾ ਤੇ ਇਹ ਵੀ ਪਤਾ ਲੱਗੇਗਾ ਸਾਡੇ ਤੇ ਕਿੱਡੀ ਕਿਰਪਾ ਗੁਰੂ ਨੇ ਕੀਤੀ ਹੈ। ਉਹਨਾਂ ਨੇ ਲਿਖਿਆ ਕਿ ਗੁਰੂ ਗੋਬਿੰਦ ਸਿੰਘ ਜੀ, ਅਸੀਂ ਤੁਹਾਡੇ ਸਿੰਘ ਸੱਜਣਾ ਚਾਹੁੰਦੇ ਹਾਂ, ਅੰਮ੍ਰਿਤ ਛਕ ਕੇ ਖਾਲਸੇ ਦਾ ਹਿੱਸਾ ਬਣਨਾ ਚਾਹੁੰਦੇ ਹਾਂ, ਪਰ ਇੱਕ ਸਾਡੀ ਬੇਨਤੀ ਪ੍ਰਵਾਨ ਕਰ ਲਓ, ਇੱਕ ਸ਼ਰਤ ਪ੍ਰਵਾਨ ਕਰ ਲਓ ਕਿ ਖਾਲਸੇ ਪੰਥ ਦੇ ਵਿੱਚ ਆਪ ਕਿਰਪਾ ਕਰਕੇ ਜਿਹੜਾ ਪੁਰਾਤਨ ਸਨਾਤਨ ਧਰਮ ਦੇ ਵਿੱਚ ਤੁਰੀ ਆਉਂਦੀ ਮਰਜ਼ਾਦਾ ਹੈ ਨਾ, ਵਰਨ ਮਰਜ਼ਾਦਾ, ਵਰਨ ਵਿਵਸਥਾ ਨੂੰ ਲਾਗੂ ਕਰ ਦਿਓ। ਵਰਨ ਵਿਵਸਥਾ ਦਾ ਮਤਲਬ ਕੀ ਹੈ? ਧਰਮ ਦੇ ਕਰਮ ਕਰਨ ਵਾਲਾ ਬ੍ਰਾਹਮਣ ਹੀ ਧਰਮ ਦੇ ਕਰਮ ਕਰੇਗਾ, ਤੇ ਜਿਹੜਾ ਰਾਜ ਭਾਗ ਚਲਾਉਣ ਵਾਲਾ ਹੈ, ਹਥਿਆਰ ਚੁੱਕਣ ਦਾ ਹੱਕ ਹੈ ਛਤਰੀ ਦੇ ਕੋਲ। ਵਪਾਰ ਖੇਤੀ ਕਰੇਗਾ ਵੈਸ਼, ਤੇ ਸ਼ੂਦਰ ਕਹਿੰਦੇ ਤੂੰ ਸਾਡੇ ਪਸ਼ੂਆਂ ਨੂੰ ਚਾਰ, ਇਹਨਾਂ ਦਾ ਗੋਹਾ ਚੁੱਕ, ਸਾਡੇ ਘਰ ਆ ਕੇ ਸਫਾਈ ਸੂਈ ਕਰ, ਇਹ ਤੋਂ ਵੱਧ ਤੈਨੂੰ ਕੋਈ ਅਧਿਕਾਰ ਨਹੀਂ। ਇਹ ਹੈ ਵਰਨ ਵਿਵਸਥਾ। ਉਹਨਾਂ ਨੇ ਕਿਹਾ ਵਰਨ ਵਿਵਸਥਾ ਲਾਗੂ ਕਰ ਦਿਓ। ਉਹਦਾ ਮਤਲਬ ਇਹ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕੇਵਲ ਬ੍ਰਾਹਮਣ ਦਾ ਬੱਚਾ ਬਵੇਗਾ, ਕਥਾ ਕੀਰਤਨ ਅਰਦਾਸ ਕੇਵਲ ਬ੍ਰਾਹਮਣ ਦਾ ਬੱਚਾ ਕਰੇਗਾ। ਅੱਜ ਵੀ ਨਾ ਕੋਈ ਸੱਜਣ ਹਿੰਦੂ ਵੀਰ ਉਹ ਕਹਿਣ ਲੱਗੇ ਅੰਗਰੇਜ਼ਾਂ ਨੇ ਇਹ ਕਰ ਦਿੱਤਾ ਜਾਤ ਪਾਤ। ਪੁਰਾਣੇ ਜ਼ਮਾਨੇ ਵਿੱਚ ਜਾਤ ਪਾਤ ਥੋੜਾ ਸੀ। ਤੇ ਉਦਾਹਰਣ ਪਤਾ ਕੀ ਦਿੱਤੀ? ਸ਼੍ਰੀ ਰਾਮ ਚੰਦਰ ਭਗਵਾਨ ਜੀ ਨੇ ਭੀਲਣੀ ਦੇ ਜੂਠੇ ਬੇਰ ਨਹੀਂ ਸੀ ਖਾਧੇ। ਮੈਂ ਕਿਹਾ ਖਾਧੇ ਸੀ। ਕਹਿੰਦੇ ਫਿਰ ਬਸ ਫਿਰ ਜਾਤ ਪਾਤ ਕਿਤੇ ਰਹਿ ਗਈ। ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕੀਤੀ, ਮੈਂ ਹੁਣ ਵੀ ਕਰਦਾ ਬੇਨਤੀ, ਅੱਜ ਵੀ ਸਾਰਾ ਭਾਰਤ ਇੱਕ ਹੋ ਜਾਵੇ, ਮੰਨ ਲਈਏ ਜਾਤ ਪਾਤ ਨਹੀਂ ਹੈ, ਇੱਕੋ ਕੰਮ ਕਰ ਦਿਓ। ਅਯੁੱਧਿਆ ਦੇ ਵਿੱਚ ਸ੍ਰੀ ਰਾਮ ਜੀ ਦਾ ਮੰਦਿਰ ਬਣ ਰਿਹਾ ਹੈ ਨਾ, ਸੋਹਣਾ ਮੰਦਿਰ ਬਣਨਾ ਚਾਹੀਦਾ ਹੈ। ਆਖਰ ਕਈ ਲੋਕ ਕਹਿੰਦੇ ਨਾ ਵੀ ਨਹੀਂ ਜੀ ਇੱਦਾਂ ਜੀ, ਵੇਖੋ ਸਾਡੀ ਬਾਣੀ ਕਹਿੰਦੀ ਹੈ, ਭਾਈ ਗੁਰਦਾਸ ਜੀ ਕਹਿੰਦੇ ਨੇ, ਮਾਰਨ ਗਊ ਗਰੀਬ ਨੂੰ ਧਰਤੀ ਉੱਪਰ ਪਾਪ ਬਿਥਾਰਾ, ਠਾਕੁਰ ਦੁਆਰੇ ਢਾਹੇ ਕੈ ਤੈ ਠੌਰੀ ਮਾਸੀਤ ਉਸਾਰਾ। ਇਹ ਵੱਖਰੀ ਗੱਲ ਹੈ। ਅਸੀਂ ਦਰਬਾਰ ਸਾਹਿਬ ਢੱਠਣ ਤੇ ਮਸੀਤ ਨਹੀਂ ਬਣ ਦਿੱਤੀ। 1.5 ਸਾਲ ਵਿੱਚ ਹੀ ਦਰਬਾਰ ਸਾਹਿਬ ਪੰਥ ਨੇ ਬਣਾ ਲਿਆ ਸੀ। ਪਰ ਜੇ ਹਿੰਦੂ ਸਮਾਜ ਨੇ ਮੰਦਰ ਨਹੀਂ ਸਨ ਬਣਾਏ ਪੁਰਾਣੇ ਜ਼ਮਾਨੇ ਵਿੱਚ, ਤੇ ਮੈਂ ਇਹ ਗੱਲ ਮੰਨਦਾ ਹੈ ਕਿ ਉਹਨਾਂ ਨੂੰ ਮੰਦਰ ਬਣਾਉਣ ਦਾ ਹੱਕ ਹੈ। ਜੇ ਉਹਨਾਂ ਦੇ ਢਾਏ ਗਏ ਨੇ ਨਾ, ਤੇ ਹੁਣ ਕਹੀਏ ਨਹੀਂ ਜੀ ਨਹੀਂ ਹੁਣ ਨਹੀਂ ਬਣਾ ਸਕਦੇ, ਉਹਨਾਂ ਨੂੰ ਹੱਕ ਤਾਂ ਹੈ। ਪਰ ਬੇਨਤੀ ਇਹ ਹੈ, ਜੇ ਕਹਿੰਦੇ ਨੇ ਜਾਤ ਪਾਤ ਕੋਈ ਨਹੀਂ, ਤੇ ਉਸ ਮੰਦਰ ਦੇ ਵਿੱਚ ਉਸ ਜਾਤ ਦਾ ਪੁਜਾਰੀ ਲਾ ਦਿਓ ਜਿਹੜੀ ਜਾਤ ਦੀ ਉਹ ਭੀਲਣੀ ਸੀ, ਜਿਹਦੇ ਜੂਠੇ ਬੇਰ ਭਗਵਾਨ ਰਾਮ ਜੀ ਨੇ ਖਾ ਲਏ ਸਨ। ਜੇ ਭਗਵਾਨ ਰਾਮ ਭੀਲਣੀ ਦੇ ਜੂਠੇ ਬੇਰ ਖਾ ਸਕਦੇ ਨੇ, ਤੇ ਕੀ ਭੀਲਣੀ ਦਾ ਪੁੱਤਰ ਭਗਵਾਨ ਰਾਮ ਦੇ ਅੱਗੇ ਆਰਤੀ ਨਹੀਂ ਕਰ ਸਕਦਾ? ਕਹਿੰਦੇ ਜੀ ਇਹ ਨਹੀਂ ਹੋ ਸਕਦਾ। ਤੇ ਫਿਰ ਝੂਠ ਕਿਉਂ ਬੋਲਦੇ ਹੋ ਵੀ ਕੋਈ ਜਾਤ ਪਾਤ ਨਹੀਂ? ਉਹ ਇਸ ਦੇਸ਼ ਦੇ ਵਿੱਚ ਏਡਾ ਕੁ ਜ਼ਿਆਦਾ ਇਹ ਕੋੜ ਫੈਲ ਗਿਆ। ਦੇਸ਼ ਦਾ ਰਾਸ਼ਟਰਪਤੀ ਹੋਵੇ, ਉਹ ਕਹਿੰਦਾ ਮੈਂ ਮੰਦਿਰ ਵਿੱਚ ਪੂਜਾ ਕਰਨੀ। ਕਹਿੰਦੇ ਰਾਸ਼ਟਰਪਤੀ ਹੋਏਗਾ ਤੂੰ ਆਪਣੇ ਥਾਂ, ਪਰ ਪੌੜੀਆਂ ਦੇ ਬਾਹਰ ਬਹਿ ਕੇ ਪੂਜਾ ਕਰ ਲਈ। ਜੇ ਅੰਦਰ ਵੜ ਗਿਆ ਤੇ ਸਾਡਾ ਮੰਦਿਰ ਨਾ ਪਿਟਿਆ ਜਾਵੇ। ਕੀ ਇਹ ਝੂਠ ਹੈ? ਕੀ ਇਹ ਵਰਤਦਾ ਨਹੀਂ?
ਉਹਨਾਂ ਰਾਜਿਆਂ ਨੇ ਕਿਹਾ ਆਹ ਜਿਹੜੀ ਵਿਵਸਥਾ ਹੈ ਨਾ ਇਹਨੂੰ ਗੁਰਦੁਆਰੇ ਦੇ ਵਿੱਚ ਵੀ ਲਾਗੂ ਕਰ ਦਿਓ। ਸੋਚੋ ਫਿਰ, ਮੇਰੇ ਵਰਗੇ ਗਰੀਬ ਦੇ ਕੋਲੋਂ ਕੋਈ ਕਹਿੰਦਾ ਕਿਰਪਾਨ ਤੂੰ ਨਹੀਂ ਵੜ ਸਕਦਾ, ਰੱਖ ਦੇ ਇੱਥੇ। ਗਿਆਨੀ ਜੀ ਬੈਠੇ ਨੇ, ਕਿਸੇ ਨੇ ਹੱਥ ਨਹੀਂ ਸੀ ਲਾਉਣ ਦੇਣਾ। ਕਿਸੇ ਨੇ ਕਹਿਣਾ ਸੀ कि गुरु की ताबिया गुरु का वजीर बन के कोई बह जाए, कहना केवल ब्राह्मण पुत्र बवेगा, किरपान केवल खत्री दे हत्थ विच होवेगी। ते शूदर नूं कहणगे जोड़े झाड़ी चल ते लंगर दे भांडे मांजी चल, ओ ते नुकरे बहा के रोटी खवा देंगे तैनूं, ओ भी भांडे अपने वखरे रख लई। ये कानून ओ राजे कहिंदे सन, ये महाराज व्यवस्था लागू कर दिओ। महाराज ने जिहड़ा उत्तर दिता ना बड़ा फख्र करने वाला है। हजूर ने फरमाया नाम गरीब निवाज हमारा है जग में प्रसिद्ध अपारा। जग में ये गरीब निवाज नाम का मतलब समझ लियो थोड़ा जिहा, गरीबां नूं निवाजण वाला। हजूर कहने लगे जग में ये सफला तब थे है लघु जात को बड़पन दै है। जे नीवियां नूं उच्चे ना कीता, बराबर ना कीता, ते फिर गरीब निवाज नाम का मतलब की रह गया भला? फिर तो कोई मतलब नहीं। जग में ए सफला तब थे है लघु जात को बड़पन दै है। जिनकी वर्ण जात कुल माही सरदारी ना भई कदाही। इन्हीं को सरदार बनाऊं तबै गोबिंद सिंह नाम कहाऊं। इन गरीब सिखन को मैं दियूं पातशाही याद करे हमरी गुरियाई। धन गुरु गोबिंद सिंह जी नूं आखिया है तुहाडे नौकर, ये तुहाडे सेवक, तुहाडे चेले, तुहाडे गुलाम। ते मेरे हजूर ने कहा ना मेरे सेवक ने ना मेरे गुलाम ने, फिर कौन ने? मेरे दाता जी कहने लगे युद्ध जिते इन्हीं के प्रसाद, इन्हीं की कृपा पुन धाम भरे। इन्हीं की प्रसाद सो विद्यालय, इन्हीं की कृपा सब सत्र मरे। मोह गृह में मन ते तन ते सिर लो धन है सब ही इन्हीं को। ये बचन हजूर ने आके कहने लगे मेरा सारा कुछ इन्हां ते कुर्बान। इन्हीं की कृपा के सजे हम हैं, नहीं मोसो गरीब करोड़ परे। धन गुरु गोबिंद सिंह जी तुसां अपने पंथ ते किड्डा मान कीता है। जदों ये बचन पढ़ांगे साडे अंदर जज्बा पैदा होवेगा, साडे अंदर भावना बनेगी। ते आ बेनती कह के फिर समाप्ति वाले पासे आउणा है। आपां सुन लिया। गुरु गोबिंद सिंह जी ने आख्या मेरे साहिबजादियां नूं जे तू चंगियाड़ियां कहा मेरा पंथ भामड़ है। मेरे साहिबजादियां नूं जे तू सपोलीए कहा मेरा खालसा पंथ कौडियां वाला नाग है। ते मेरे हजूर ने कहा इन्हां पुत्रां तो अपने लाल कुर्बान कीते ने। ये अगली बेनती जे साडे सीने दे विच वाकई ही धड़कण वाला दिल होवेगा, ये पग्गर जांदा है। ते माफ करना जे नहीं पगरिया ना, ਇਹਦਾ मतलब पत्थर चुकी फिरदे आ साडे सीने विच दिल कोई नहीं। साध संगत 1849 ईस्वी शेरे पंजाब दा राज अंग्रेज़ां ने जिस वेले बहुत साजिशां रचन तो बाद अपने कब्जे कर लिया, लाहौर दे किले ते यूनियन जैक चुला दिता, केसरी निशान ला दिता। अंग्रेज अफसर सी एक मिस्टर डेविड जोसेफ कनिंगम, उन्हें किताबां भी लिखियां ने। ये बड़ा दलेर अंग्रेज सी। ये पहला बंदा सी जिन्हें खुलासा किया कि सिख जंगा हारे नहीं सन, अंग्रेज़ां ने बेईमानी नाल पंजाब ते कब्जा किया। कनिंगम वो पहला बंदा सी। इहनूं अंग्रेज़ां ने बाद विच नौकरियों भी कढ़ दिता सी। वो तां ही ना सुरजीत पात्र पंजाबी दा शायर है ते ओहदे बड़े मशहूर ने शेर। वो कहता इन्ना सच ना बोल के कला रह जावें, चार क बंदे रख लई मोढा देण लई। एक निंगम ने इन्ना सच बोलिया कि इनू मोढा देण वाले चार गोरे अंग्रेज भी नहीं सन बचे। वो कहते गदार है साडी कौम, साडे पर्दे लीरो लीर कर दिते। ਇਹਦੇ जीवन में पलटा किवें आया?
ਇਹ ਸਾਧ ਸੰਗਤ ਜੀ ਲਾਹੌਰ ਰਾਵੀ ਦੇ ਕੰਢੇ ਤੇ ਘੋੜੀ ਤੇ ਚੜਿਆ ਸੈਰ ਕਰਦਾ ਜਾਵੇ। ਇਹਨੇ ਵੇਖਿਆ ਵੀ ਇੱਕ ਮਾਂ ਕੱਪੜੇ ਧੋਂਦੀ ਹੈ ਤੇ ਲਾਗੇ ਨਿੱਕਾ ਜਿਹਾ ਬੱਚਾ ਖੇਡਦਾ ਖੇਡਦਾ ਤਿਲਕ ਕੇ ਡੂੰਘੇ ਪਾਣੀ 'ਚ ਡਿੱਗ ਪਿਆ। ਉਹ ਮਾਂ ਵਿਚਾਰੀ ਨੂੰ ਤੈਰਨਾ ਨਾ ਆਵੇ ਤੇ ਉਹ ਤੇ ਰੌਲਾ ਪਾਵੇ, ਤੜਫੀ ਜਾਵੇ, ਰੋਈ ਜਾਵੇ। ਲੋਕ ਦੂਰ ਸਨ, ਜਿੰਨੇ ਚਿਰ ਨੂੰ ਭੱਜ ਕੇ ਆਉਂਦੇ ਬੱਚੇ ਨੇ ਡੁੱਬ ਜਾਣਾ ਸੀ। ਗੋਤੇ ਆ ਰਹੇ ਸਨ। ਇਹ ਗੋਰੇ ਨੇ ਘੋੜੀ ਨੂੰ ਅੱਡੀ ਲਾਈ, ਬੜੀ ਤੇਜ਼ ਘੋੜੀ ਭਜਾਈ ਤੇ ਸਿੱਧਾ ਛਾਲ ਮਾਰੀ ਪਾਣੀ ਦੇ ਵਿੱਚ, ਬੱਚੇ ਨੂੰ ਕੱਢ ਕੇ ਲਿਆਂਦਾ। ਮਾਂ ਨੇ ਬੱਚੇ ਨੂੰ ਪਕੜਿਆ, ਨਾਲੇ ਰੋਈ ਜਾਵੇ, ਬੱਚਾ ਵੀ ਰੋਈ ਜਾਵੇ ਤੇ ਮਾਂ ਬੱਚੇ ਨੂੰ ਲੈ ਕੇ ਆਪਣੇ ਰਾਹ ਤੁਰ ਗਈ ਰੋਂਦੀ ਰੋਂਦੀ। ਇਹ ਨਾਲੇ ਤਾਂ ਆਪਣੇ ਕੱਪੜਿਆਂ ਤੋਂ ਚਿੱਕੜ ਪਾਣੀ ਨਿਚੋੜੀ ਜਾਵੇ। ਇਹਦੇ ਨੌਕਰ ਆਏ, ਉਹਨਾਂ ਨੇ ਦੌੜ ਕੇ ਆਉਂਦੇ ਸਨ। ਉਹਨਾਂ ਨੇ ਪੁੱਛਿਆ, ਸਾਹਿਬ ਬਹਾਦਰ ਕਿਆ ਹੋਇਆ? ਅੱਗੋਂ ਕਹਿਣ ਲੱਗਾ, ਮੈਂ ਆਪਣੇ ਦੇਸ਼ ਵਿੱਚ ਕਿਸੇ ਦਾ ਡਿੱਗਾ ਹੋਇਆ ਰੁਮਾਲ ਵੀ ਚੁੱਕ ਕੇ ਫੜਾ ਦਿੰਦਾ, ਉਹਨੇ ਮੈਨੂੰ ਕਹਿਣਾ ਸੀ ਥੈਂਕ ਯੂ ਵੈਰੀ ਮੱਚ। ਤੇ ਮੈਂ ਇੱਕ ਬੱਚੇ ਦੀ ਜਾਨ ਬਚਾਈ ਹੈ ਇੱਥੇ ਪੰਜਾਬ ਦੀ ਧਰਤੀ ਤੇ, ਮੇਰਾ ਕਿਸੇ ਨੇ ਧੰਨਵਾਦ ਨਹੀਂ ਕੀਤਾ। ਉਹਨੇ ਜਿਹੜਾ ਪੰਜਾਬੀ ਨੌਕਰ ਨੇ ਬਚਨ ਕਿਹਾ, ਉਹ ਵਾਕਿਆ ਸਾਨੂੰ ਹਲੂਣ ਦਿੰਦਾ ਜੇ। ਤੇ ਸਾਡਾ ਹਾਲ ਅੱਜ ਜੋ ਹੋ ਰਿਹਾ ਹੈ ਨਾ, ਇਸੇ ਕਰਕੇ ਹੀ ਹੋ ਰਿਹਾ ਹੈ। ਉਹ ਕਹਿਣ ਲੱਗਾ, ਸਾਹਿਬ ਬਹਾਦਰ ਇਹਨਾਂ ਲੋਕਾਂ ਕੋਲ ਥੈਂਕ ਯੂ ਦੀ ਆਸ ਨਾ ਰੱਖ, ਤੂੰ ਤੇ ਇੱਕ ਬੱਚੇ ਦੀ ਜਾਨ ਬਚਾਈ ਹੈ, ਜਿਨੇ ਆਪਣੇ ਚਾਰੇ ਜਿਗਰ ਦੇ ਟੁਕੜੇ ਇਹਨਾਂ ਤੋਂ ਕੁਰਬਾਨ ਕਰ ਦਿੱਤੇ। ਇਹਨਾਂ ਪੰਜਾਬੀ ਲੋਕਾਂ ਨੇ ਕਦੇ ਉਹਦਾ ਵੀ ਧੰਨਵਾਦ ਨਹੀਂ ਕੀਤਾ। ਇਹਨਾਂ ਭਾਰਤ ਦੇ ਲੋਕਾਂ ਨੇ ਕਦੇ ਉਹਦਾ ਵੀ ਸ਼ੁਕਰੀਆ ਨਹੀਂ ਕੀਤਾ। ਤੇ ਮੈਂ ਆਪਣੇ ਆਪ ਨੂੰ ਸਵਾਲ ਪੁੱਛਾਂ, ਆਪਾਂ ਸਾਰੇ ਹੀ ਆਪਣੇ ਆਪ ਨੂੰ ਸਵਾਲ ਪੁੱਛੀਏ, ਉਹ ਮੇਰਿਆ ਮਨਾ, ਤੂੰ ਕਦੇ ਗੁਰੂ ਦਾ ਸ਼ੁਕਰੀਆ ਕੀਤਾ ਹੀ? ਉਲਾਮੇ ਤੇ ਰੋਏ ਦਿੰਨਾ, ਬਾਬਾ ਜੀ ਆ ਵੀ ਦੇ ਦਿਓ, ਆ ਵੀ ਦੇ ਦਿਓ, ਆ ਵੀ ਦੇ ਦਿਓ, ਮੰਗਦੇ ਆ ਨਾ। ਕੀ ਬਾਬਾ ਜੀ ਦੇ ਕੋਲੋਂ ਕਾਰਾਂ ਨਹੀਂ ਮੰਗੀਆਂ, ਕੋਠੀਆਂ ਨਹੀਂ ਮੰਗੀਆਂ, ਜ਼ਮੀਨਾਂ ਜਾਇਦਾਦਾਂ, ਅਮਰੀਕਾ ਕੈਨੇਡਾ ਦੇ ਵੀਜ਼ੇ ਨਹੀਂ ਮੰਗੇ? ਤੇ ਜੇ ਮੰਗੇ ਨੇ ਤੇ ਕੀ ਗੁਰੂ ਨੇ ਸਾਰਾ ਕੁਝ ਦਿੱਤਾ ਕਿ ਨਹੀਂ ਦਿੱਤਾ? ਜਿੰਨਾ ਮੰਗਿਆ ਉਹਦੇ ਨਾਲੋਂ ਵੱਧ ਦਿੱਤਾ। ਫਿਰ ਗੁਰੂ ਨੇ ਆਖਿਆ, ਮੇਰੇ ਸੋਹਣੇ ਲਾਲ, ਤੂੰ ਮੇਰੇ ਕੋਲੋਂ ਜੋ ਕੁਝ ਵੀ ਮੰਗਿਆ ਮੈਂ ਤੇਰੀ ਝੋਲੀ ਵਿੱਚ ਪਾ ਦਿੱਤਾ। ਹੁਣ ਝੋਲੀ ਅੱਗੇ ਕਰ, ਇੱਕ ਚੀਜ਼ ਮੈਂ ਆਪਣੇ ਵੱਲੋਂ ਤੇਰੀ ਝੋਲੀ ਵਿੱਚ ਪਾਉਣ ਲੱਗਾ, ਜਿਹੜੀ ਮੈਨੂੰ ਬਹੁਤ ਚੰਗੀ ਲੱਗਦੀ ਹੈ। ਤੇ ਅਸਾਂ ਮੂਰਖਾਂ ਨੇ ਝੋਲੀ ਨਹੀਂ ਅੱਡੀ, ਬਲਕਿ ਕਹਿ ਦਿੱਤਾ, ਮਹਾਰਾਜ ਪਹਿਲਾਂ ਦੱਸੋ ਵੀ ਇਹ ਚੀਜ਼ ਕਿੰਨੀ ਕੁ ਕੀਮਤੀ ਹੈ। ਮੇਰੇ ਹਜੂਰ ਨੇ ਆਖਿਆ, ਏਡੀ ਕੀਮਤੀ ਹੈ ਕਿ ਮੈਂ ਵੀ ਇਹਨੂੰ ਖਰੀਦਣ ਲੱਗਿਆ ਕਿਸ਼ਤਾਂ ਵਿੱਚ ਇਹਦਾ ਮੁੱਲ ਤਾਰਿਆ, ਇੱਕੇ ਵਾਰਾ ਮੇਰੇ ਕੋਲੋਂ ਵੀ ਨਹੀਂ ਤਰਿਆ, ਇੰਨੀ ਮਹਿੰਗੀ ਚੀਜ਼ ਹੋ। ਦਿਹਾੜੀਦਾਰ ਬੰਦਾ ਮੋਟਰਸਾਈਕਲ ਕਿਸ਼ਤਾਂ ਤੇ ਲੈਂਦਾ, ਨੌਕਰੀ ਵਾਲਾ ਬੰਦਾ ਕਾਰ ਕਿਸ਼ਤਾਂ ਤੇ ਲੈ ਲੈਂਦਾ ਹੈ, ਤਗੜਾ ਬੰਦਾ ਹੋਵੇ ਉਹ ਕੋਈ ਬਹੁਤ ਹੋਰ ਵੱਡੀ ਚੀਜ਼ ਕਿਸ਼ਤਾਂ ਤੇ ਲੈ ਲੈਂਦਾ ਹੈ। ਖਾਲਸਾ ਜੀ, ਪੈਸੇ ਜੇਬ ਵਿੱਚ ਹੋਣ ਤੇ ਕਦੀ ਕਿਸ਼ਤਾਂ ਦੇ ਚੀਜ਼ ਨਹੀਂ ਲੈਂਦੇ ਆਪਾਂ। ਧੰਨ ਗੁਰੂ ਗੋਬਿੰਦ ਸਿੰਘ ਜੀ, ਤੁਹਾਡੇ ਕੋਲ ਕਾਹਦੀ ਕਮੀ ਸੀ, ਤੁਹਾਨੂੰ ਵੀ ਕਿਸ਼ਤਾਂ ਤੇ ਲੈਣੀ ਪਈ? ਤੇ ਹਜੂਰ ਕਹਿਣ ਲੱਗੇ, ਪਹਿਲਾਂ ਆਪਣੇ ਪਿਤਾ ਜੀ, ਫਿਰ ਆਪਣੇ ਲਾਲ, ਆਪਣੇ ਮਾਤਾ ਜੀ, ਭੂਆ ਦੇ ਪੁੱਤ ਕੁਰਬਾਨ ਕੀਤੇ। ਮੈਂ ਕਿਸ਼ਤਾਂ ਦੇ ਵਿੱਚ ਜਿਹੜੀ ਚੀਜ਼ ਲਈ ਹੈ, ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਇਹ ਅੰਮ੍ਰਿਤ ਦੀ ਦਾਤ ਹੈ ਜਿਹੜੀ ਕਿਸ਼ਤਾਂ ਵਿੱਚ ਲਈ। ਤੇ ਮੇਰੇ ਲਾਲ, ਮੈਂ ਤੈਨੂੰ ਮੁਫਤ ਵਿੱਚ, ਫਰੀ ਵਿੱਚ ਦੇਣ ਲੱਗਾ, ਕਰ ਝੋਲੀ। ਤੇ ਬਦਬਖਤ ਮੂਰਖ ਮਨ ਨੇ, ਬੇਈਮਾਨ ਨੇ ਝੋਲੀ ਸਮੇਟ ਲਈ। ਆਖਿਆ, ਸੱਚੇ ਪਾਤਸ਼ਾਹ, ਆ ਕਾਰਾਂ ਕੋਠੀਆਂ, ਬਾਹਰ ਦੇ ਵੀਜ਼ੇ ਜਾਇਦਾਦਾਂ ਤਾਂ ਚੰਗੀਆਂ ਲੱਗਦੀਆਂ ਸਨ, ਆ ਅੰਮ੍ਰਿਤ ਦੀ ਦਾਤ ਮੈਨੂੰ ਭਾਰੀ ਲੱਗਦੀ ਹੈ, ਇਹ ਨਹੀਂ ਮੈਂ ਆਪਣੀ ਝੋਲੀ ਪਵਾਉਣੀ। ਇਹ ਕਿੱਡੀ ਦਰਦਨਾਕ ਗੱਲ ਹੈ ਸਾਡੇ, ਇਹ ਕਿੱਡੀ ਨਮੋਸ਼ੀ ਵਾਲੀ ਗੱਲ ਹੈ ਸਾਡੇ ਲਈ। ਸਿੱਖ ਗੁਰੂ ਦੇ ਕੋਲੋਂ ਸਭ ਕੁਝ ਲੈਣ ਨੂੰ ਤਿਆਰ ਹੈ। ਭੈਣੋ, ਸੋਨੇ ਦੀਆਂ ਬਾਲੀਆਂ ਪਾ ਕੇ ਨਾ ਕੰਨਾਂ ਵਿੱਚ, ਤੇ ਜਦੋਂ ਆਪਾਂ ਖਬਰਾਂ ਸੁਣਦੇ ਆ, ਕੋਈ ਸਨੈਚਰ ਸ਼ਬਦ ਵਰਤ ਲੈਂਦੇ ਨਾ ਅੱਜ ਕੱਲ੍ਹ ਅੰਗਰੇਜ਼ੀ ਵਿੱਚ, ਝਪਟ ਮਾਰ। ਅਮਲੀ ਕੋਈ ਮੋਟਰਸਾਈਕਲ ਤੇ ਆਏ, ਉਹਨਾਂ ਨੇ ਝਪਟ ਮਾਰੀ, ਨਾਲੇ ਉਸ ਮਾਈ ਦੇ ਕੰਨ ਪਾੜ ਗਏ ਤੇ ਨਾਲੇ ਉਹ ਸੋਨੇ ਦੀਆਂ ਵਾਲੀਆਂ ਖੋ ਕੇ ਗਾਂਹ ਹੋਏ। ਇਹ ਵਰਤਦਾ ਹੈ ਨਾ ਭੈਣੋ।
मेरे सतगुरु कहंदे ने एक कन्न पड़वा के मेरीए धीए कन्नां दे विच सोना ना पा, तो अमृत दी दात लै ते गातरे किरपान पा। जेड़ी भैन दे कन्नी सोने दियां वालियां ने, फैशन है, ओहदे मगर चोर लग जांदे ने, ते जेड़ी भैन दे गातरे किरपान है, सरबलो दा कड़ा हत्थ दे विच है, ओनू वेख के वड्डा बदमाश भी राह बदल लैंदा, किते इत्थे लैणे दे देणे ना पै जांदे। किहड़े राहे तुर पए आ? गुरु दी दित्ती दात दे नाल साडीआं इज्जतां, साडा माल धन महफूज है, वो चंगा नहीं लगदा। ते आ फैशन परस्ती दे राहे तुरे, ना साडी इज्जत महफूज रही, ना साडा धन दौलत महफूज रहा, ना साडा ईमान महफूज रहा। इसलिए मैं बेनती करां, जेड़े गुरु दा कलगीधर जी दा साडे ते एडा वड्डा मान है, उस गुरु दे मान नूं संभाल लईए। आ फैशन परस्ती दी हनेरी नूं त्यागीए, सतगुरां दे कोलों खंडे बाटे दे अमृत दी दात लईए, तां कि इत्थे भी चोरां डाकूआं तो बाहर वालियां तो भी बच जाइए। जेड़े अंदर वाले ने काम क्रोध लोभ मोह हंकार, बाणी पढ़िए, नाम जपीए, अरदास करिए, उन्हां कोलों भी बच जाइए। ते जिद्दन इस दुनिया नूं त्याग के जान लगांगे, उदन भी लेखे तो सुरखरू होवांगे, उत्थे भी साडे लेखे पाट जाणगे। इस प्रकार साध संगत जी, ये लोक भी सुखिया होवेगा, परलोक भी सुहेला होवेगा। लोक सुखिए परलोक सुहेले, नानक हर प्रभ आपे मेले। कल नूं होले महल्ले दे संबंध विच विचारां आपां करांगे। समा पूरा हो गया है। भाई कान सिंह जी नाभा लिखते ने, वो कहते जेड़े बुलारे नूं समय दे विच रह के बोलना नहीं आया, वो बुलारा कामयाब नहीं है। इसलिए यतन करीदा ते आप संगत दीआं असीसां जिन्ना समा है पूरे समय ते दास वल्लों समाप्ति है जी। आउण वाले जथे नूं जी आया जी। इन्हां गुरमुखां प्यारियां दे कोलों आप जी ढाडी वारां दे जोशीलियां वारां दे राहीं वो जिहड़ी बेनती आरंभ विच कीती ना, भी इतिहास जिउंदा है साडा। अज अपने अंदरों बाबा दीप सिंह, अपने अंदरों ही भाई सुखा सिंह महताब सिंह जी के दर्शन करिए, अपने अंदरों साहिबजादियां दे दर्शन करिए जी। सारे वीरां दा धन्नवाद, कोटान कोट शुक्र। गुरु ग्रंथ साहिब महाराज जी दा भुल्लां चुक्कां दी खिमा। असीस दिओ, गज के फतेह बुलाओ। वाहिगुरु जी का खालसा, वाहिगुरु जी की फतेह।